ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ NRI ਮੈਟਰਸ ਦੇ ਐਕਸਪਰਟ ਸ਼੍ਰੀ ਦਲਜੀਤ ਸਿੰਘ ਛਾਬੜਾ, ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ। ਵੈਲਕਮ ਟੂ NRI ਵਰਡ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਹਮੇਸ਼ਾ NRI ਭਾਈਚਾਰਾ ਇਹੀ ਸੋਚਦਾ ਹੈ ਕਿ ਜੋ ਇੰਡੀਆ ਦੇ ਵਿੱਚ ਪ੍ਰੋਪਰਟੀ ਹੈ, ਇੰਡੀਆ ਦੇ ਵਿੱਚ ਜਾਇਦਾਦ ਹੈ, ਕਿਉਂਕਿ ਸਾਰੇ ਇੱਥੋਂ ਹੀ ਗਏ ਨੇ, ਸਾਰੀਆਂ ਇੱਥੇ ਵੱਡਿਆਂ ਵਡੇਰਿਆਂ ਦੀਆਂ ਵੀ ਜਾਇਦਾਦਾਂ ਨੇ, ਇਨਹੈਰੀਟੈਂਸ ਦਾ ਲਾਜ਼ ਵੀ ਇੱਥੇ ਇੰਪਲੀਮੈਂਟ ਹੁੰਦੇ ਨੇ। ਸੋ ਉਸ ਪ੍ਰੋਪਰਟੀ ਦੇ ਬਾਰੇ ਹਮੇਸ਼ਾ ਸਾਡੇ ਕੋਲ ਕੁਐਰੀਜ਼ ਆਉਂਦੀਆਂ ਰਹਿੰਦੀਆਂ ਨੇ ਕਿ ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਸੋ ਕਈ ਵਾਰ ਹੁੰਦਾ ਹੈ ਛਾਬੜਾ ਸਾਹਿਬ ਕਿ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੈ, ਤੁਸੀਂ ਆਪ ਅਮਰੀਕਾ ਰਹਿੰਦੇ ਹੋ, ਕਿਸੇ ਹੋਰ ਕੰਟਰੀ ਜਿੱਥੇ ਵੀ ਤੁਸੀਂ ਰਹਿੰਦੇ ਹੋ, ਇੱਥੇ ਆਉਂਦੇ ਹੋ ਅਤੇ ਪ੍ਰੋਪਰਟੀ ਸੇਲ ਹੁੰਦੀ ਹੈ ਤੁਹਾਡੀ। ਔਰ ਸੇਲ ਕਰਨ ਤੋਂ ਬਾਅਦ, ਕਿਉਂਕਿ ਸਾਰੀ ਡਿਟੇਲ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ, ਸਭ ਤੋਂ ਪਹਿਲਾਂ ਜਿਹੜਾ ਕੰਪਲੀਕੇਸ਼ਨ ਆਉਂਦਾ ਹੈ ਕਿ ਜਿਹੜਾ ਸੋਰਸ ਹੈ ਤੁਹਾਡੀ ਇਨਕਮ ਦਾ, ਜਿੱਥੇ ਤੁਸੀਂ ਪ੍ਰੋਪਰਟੀ ਖਰੀਦੀ ਹੈ, ਵੇਚੀ ਹੈ, ਔਰ ਉਹਨੇ ਤੁਹਾਨੂੰ ਪੇਮੈਂਟ ਦਿੱਤੀ ਹੈ, ਪੇਮੈਂਟ ਦੇਣ ਵਾਲਾ ਟੈਕਸ ਕੱਟਦਾ ਹੈ ਔਰ ਕਹਿੰਦਾ ਮੈਂ TDS ਕੱਟਾਂਗਾ, ਉਹ ਗਵਰਨਮੈਂਟ ਕੋਲ ਜਮ੍ਹਾਂ ਕਰਾਵਾਂਗਾ ਔਰ ਉਹਦਾ ਤੁਹਾਨੂੰ ਇੱਕ ਪ੍ਰੂਫ ਦੇਵਾਂਗਾ। ਸੋ ਇਹਦੀ ਡਿਟੇਲ ਕੀ ਹੈ? ਸੰਜੀਵ ਜੀ, ਸੈਕਸ਼ਨ 195 ਇਨਕਮ ਟੈਕਸ ਐਕਟ ਦਾ ਜਿਹੜਾ ਹੈਗਾ ਜੀ, ਉਹਦੇ ਤਹਿਤ ਹਰ ਇੱਕ ਸਾਡੇ ਇੰਡੀਆ ਦੇ ਵਿੱਚ ਵੀ ਕੋਈ ਇੰਡੀਆ ਦੇ ਵਿੱਚ ਵੀ ਪੇਮੈਂਟਸ ਹੁੰਦੀਆਂ ਨੇ, ਅਤੇ ਕੁਝ ਸਰਟਨ ਐਂਟੀਟੀਜ਼ ਨੂੰ ਇਨਕਮ ਟੈਕਸ ਐਕਟ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ ਹੋਇਆ ਵੀ ਬਿਫੋਰ ਮੇਕਿੰਗ ਪੇਮੈਂਟਸ ਐਨੀ ਟੂ ਦਾ ਪਰਸਨ, ਤੁਸੀਂ ਉਹਦੇ 'ਤੇ ਇੱਕ ਪ੍ਰਸਕ੍ਰਾਈਬਡ ਰੇਟ ਆਫ ਦੇ ਉੱਤੇ ਟੈਕਸ ਕੱਟੋਗੇ, ਕੱਟ ਕੇ ਡਿਪਾਰਟਮੈਂਟ ਕੋਲ ਜਮ੍ਹਾਂ ਕਰਾਓਗੇ, ਅਤੇ ਫਿਰ ਜਿਹਦਾ ਪੈਸਾ ਕੱਟਿਆ ਹੁੰਦਾ ਜੀ, ਉਹ ਆਪਣਾ ਡਿਪਾਰਟਮੈਂਟ ਦੇ ਕੋਲੋਂ ਕਲੇਮ ਕਰੇ ਆਪਣੀ ਸਾਰੀਆਂ ਡਿਟੇਲਸ ਦੇ ਕੇ। ਇੱਦਾਂ ਹੀ ਜਿਹੜੇ ਨੌਨ ਰੈਜ਼ੀਡੈਂਟਸ ਨੇ, ਉਹਨਾਂ ਨੂੰ ਵੀ ਜੀ ਕਿਸੇ ਇੰਡੀਅਨ ਨੇ ਪੇਮੈਂਟ ਕਰਨੀ ਆ। ਪੇਮੈਂਟ ਸੰਜੀਵ ਜੀ ਉਹਦੇ 'ਚ ਜ਼ਰੂਰੀ ਨਹੀਂ ਆ ਵੀ ਜਿਹੜੀ ਸਾਡੀ ਪ੍ਰੋਪਰਟੀ ਸੇਲ ਦੀ ਹੈ ਤਾਂ ਹੀ ਲੈ ਰਹੇ ਹਾਂ। ਪੇਮੈਂਟ ਹੋਰ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਕਿਰਾਇਆ, ਅਸੀਂ ਕਿਸੇ ਅਗਰ NRI ਦੀ ਪ੍ਰੋਪਰਟੀ ਕਿਰਾਏ 'ਤੇ ਲਈ ਹੋਈ ਹੈ ਅਤੇ ਉਹਨੂੰ ਅਸੀਂ ਰੈਂਟ ਦੇ ਰਹੇ ਹਾਂ, ਅਗਰ 15-20 ਹਜ਼ਾਰ ਰੁਪਏ ਮਹੀਨੇ ਤੋਂ ਵੱਧ ਅਸੀਂ ਦੇ ਰਹੇ ਹਾਂ ਅਤੇ ਸਾਨੂੰ ਉਹਦੇ ਉੱਤੇ ਟੈਕਸ ਕੱਟਣਾ ਬਣਦਾ ਜੀ। ਦੂਸਰਾ ਆ ਜਾਂਦਾ ਵੀ ਜੇ ਅਸੀਂ ਕਿਸੇ NRI ਦੇ ਕੋਲੋਂ ਡਿਪੋਜ਼ਿਟ ਲੈ ਲਿਆ ਹੋਇਆ ਤਾਂ ਉਹਨੂੰ ਅਸੀਂ ਇੰਟਰਸਟ ਦਿੰਦੇ ਹਾਂ ਜੀ, ਉਸ ਵਿਆਜ 'ਤੇ ਵੀ ਟੈਕਸ ਕੱਟਣਾ ਹੁੰਦਾ। ਓਕੇ। ਕਿਸੇ NRI ਤੋਂ ਅਸੀਂ ਪ੍ਰੋਫੈਸ਼ਨਲ ਸਰਵਿਸਿਜ਼ ਵੀ ਲੈਂਦੇ ਹਾਂ, ਫਿਰ ਵੀ ਉਹ 'ਤੇ ਟੈਕਸ ਕੱਟਣਾ ਹੁੰਦਾ। ਹੁਣ ਰੇਟ ਦਾ ਫਰਕ ਪੈ ਜਾਂਦਾ। ਜਿਹੜੇ ਤਾਂ ਹੈਗੇ ਨੇ ਇੰਡੀਅਨ ਰੈਜ਼ੀਡੈਂਟਸ, ਜਦੋਂ ਉਹਨਾਂ ਦੇ ਬਿਹਾਫ 'ਤੇ ਟੈਕਸ ਕੱਟਣਾ ਹੁੰਦਾ, ਉਹਨਾਂ ਕੋਲੋਂ ਟੈਕਸ ਕੱਟਣਾ ਹੁੰਦਾ, ਉਹ ਅਲੱਗ-ਅਲੱਗ ਰੇਟ ਨੇ। ਕਮਿਸ਼ਨ 'ਤੇ 5% ਆ ਗਿਆ, ਵਿਆਜ ਦੇ ਉੱਤੇ 10% ਆ ਗਿਆ। ਪਰ NRI ਜਿਹੜੇ ਜਿੱਥੇ NRI ਦਾ ਸਵਾਲ ਆ ਜਾਂਦਾ, ਉੱਥੇ ਰੇਟ 195 ਸੈਕਸ਼ਨ ਅਪਲਾਈ ਕਰਕੇ ਅਤੇ 30% ਟੈਕਸ ਵਿਆਜ ਵਗੈਰਾ 'ਤੇ, ਓਕੇ, ਰੈਂਟਲ ਪ੍ਰਾਪਰਟੀ 'ਤੇ, ਇਹਨਾਂ ਚੀਜ਼ਾਂ ਦੇ ਉੱਤੇ ਟੈਕਸ ਉਹਨਾਂ ਕੋਲੋਂ 30% ਕੱਟਿਆ ਜਾਂਦਾ। ਤੁਸੀਂ ਦੇਖੋਗੇ ਜੇ ਲੋਕਾਂ ਨੇ NRO ਅਕਾਊਂਟ ਖੋਲ੍ਹੇ ਹੋਏ ਨੇ, NRIs ਨੇ, ਜਦੋਂ ਬੈਂਕ ਉਹਨਾਂ ਨੂੰ ਵਿਆਜ ਦਿੰਦਾ ਉਸ NRO ਅਕਾਊਂਟ ਦੇ ਵਿੱਚ, ਉਹਦੇ ਉੱਤੇ 30%, ਅਸੀਂ ਅੱਗੇ ਵੀ ਡਿਸਕਸ ਕਰ ਚੁੱਕੇ ਆਪਣੇ ਪ੍ਰੋਗਰਾਮਾਂ 'ਚ, 30% ਉਹ ਕੱਟ ਲੈਂਦਾ ਜੀ, ਅਤੇ ਬਾਕੀ ਪੇਮੈਂਟ ਤੁਹਾਡੇ ਅਕਾਊਂਟ 'ਚ ਕ੍ਰੈਡਿਟ ਕਰ ਦਿੰਦਾ। ਪਰ ਜਦੋਂ NRI ਕੋਈ ਜਗ੍ਹਾ ਆਪਣੀ ਪ੍ਰਾਪਰਟੀ ਵੇਚਦਾ, ਇਮੂਵੇਬਲ ਪ੍ਰਾਪਰਟੀ ਵੇਚਦਾ, ਕਿਸੇ ਇੰਡੀਅਨ ਨੂੰ ਵੇਚਦਾ, ਉਹ ਭਾਵੇਂ ਨੌਨ ਰੈਜ਼ੀਡੈਂਟ ਨੂੰ ਵੇਚੇ ਜੀ, ਕਿਉਂਕਿ ਨੌਨ ਰੈਜ਼ੀਡੈਂਟ ਜਿਹੜਾ ਹੈਗਾ ਕਮਰਸ਼ੀਅਲ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਖਰੀਦ ਸਕਦਾ, ਸਿਰਫ ਐਗਰੀਕਲਚਰ ਨਹੀਂ ਖਰੀਦ ਸਕਦਾ, ਭਾਵੇਂ ਨੌਨ ਰੈਜ਼ੀਡੈਂਟ ਨੂੰ ਵੇਚੇ। ਪਰ ਸੈਲਰ ਅਗਰ ਨੌਨ ਰੈਜ਼ੀਡੈਂਟ ਆ ਗਿਆ ਤਾਂ ਉੱਥੇ ਉਹਨਾਂ ਨੇ 20% ਆਪਣਾ ਜਿਹੜਾ ਟੈਕਸ ਹੈ, TDS ਹੈ, ਪਲੱਸ ਉਹਦੇ ਉੱਤੇ ਸਰਚਾਰਜ ਆ ਜਿਹੜੀ ਫਿਗਰ ਬਣੇਗੀ, ਕਿਉਂਕਿ 50 ਲੱਖ ਤੱਕ ਕੋਈ ਸਰਚਾਰਜ ਨਹੀਂ ਹੁੰਦਾ, 50 ਤੋਂ ਉੱਪਰ 10% ਹੈ, ਫਿਰ 15%, ਇੱਦਾਂ ਅਲੱਗ-ਅਲੱਗ ਸਰਚਾਰਜ ਦੇ ਵੀ ਸਲੈਬ ਨੇ। ਐਂਡ ਓਵਰ ਐਂਡ ਅਬਵ ਉਹਦੇ ਉੱਤੇ ਐਜੂਕੇਸ਼ਨ ਸੈਸ ਜਿਹੜਾ ਗਵਰਨਮੈਂਟ ਨੇ 4% ਰੱਖਿਆ ਹੋਇਆ। ਰਾਈਟ। ਟੋਟਲ ਮਿਲਾ ਕੇ ਐਵਰੇਜ ਕੋਈ 22% ਆ ਜਾਂਦੀ ਹੈ। ਉਹ ਟੈਕਸ ਕੱਟ ਕੇ NRI ਨੂੰ ਪੇਮੈਂਟ ਕਰਨੀਆਂ ਪੈਂਦੀਆਂ ਨੇ। ਉਹ ਟੈਕਸ ਕੱਟ ਕੇ ਜਿਹੜਾ ਬੰਦਾ ਹੈਗਾ ਬਾਇਰ ਉਹਦਾ, ਜਾਂ ਉਹਨੂੰ ਕੋਈ ਪੇਮੈਂਟ ਦੇ ਰਿਹਾ, ਉਹ ਆਪਣੀ ਰਿਟਰਨ ਭਰੇਗਾ ਜੀ, TDS ਦੀ। ਉਹਦੇ ਪੈਨ ਦੇ ਉੱਤੇ ਉਹਨੂੰ ਜਦੋਂ ਰਿਟਰਨ ਜਾਂਦੀ ਹੈ, ਉਹ NRI ਦਾ ਪੈਨ ਆ ਜਾਏਗਾ, ਪੈਨ ਨੰਬਰ ਹੈ, ਅਤੇ ਉਹਦੇ ਪੈਨ ਦੇ ਅਕਾਊਂਟ ਦੇ ਵਿੱਚ ਡਿਪਾਰਟਮੈਂਟ ਦੇ ਕੋਲ ਉਹ ਕ੍ਰੈਡਿਟ ਪਹੁੰਚ ਜਾਂਦਾ। ਓਕੇ, ਵੀ ਇਸ NRI ਦਾ ਇੰਨਾ ਪੈਸਾ ਬਤੌਰੇ TDS ਟੈਕਸ ਕ੍ਰੈਡਿਟ ਡਿਪਾਰਟਮੈਂਟ ਦੇ ਕੋਲ ਆ ਗਿਆ। ਓਕੇ, ਇਹ ਸਿਸਟਮ ਹੈ TDS ਦਾ। ਪਰਚੇਜ਼ਰ ਨੇ ਕੱਟਣਾ, ਉਹਨੇ ਟੈਨ ਅਕਾਊਂਟ ਆਪਣਾ ਲੈਣਾ, ਟੈਕਸ ਡਿਡਕਟਡ ਐਟ ਸੋਰਸ ਨੰਬਰ ਉਹਨੂੰ ਕਹਿੰਦੇ ਨੇ। ਐਟ ਸੋਰਸ ਇੱਕ ਤੇ ਪੈਨ ਹੈ, ਦੋਨੋਂ ਅਲੱਗ-ਅਲੱਗ ਨੇ, ਇਹ ਵੀ ਅਸੀਂ ਕਲੀਅਰ ਕਰ ਦਈਏ। ਪੈਨ ਤੇ ਹੁੰਦਾ ਹਰ ਵਿਅਕਤੀ ਦਾ,
ਉਹਨੂੰ ਕਹਿੰਦੇ ਪਰਮਾਨੈਂਟ ਅਕਾਊਂਟ ਨੰਬਰ। ਜਿਹਨੇ ਰਿਟਰਨ ਭਰਨੀ ਹੈ, ਜੇ ਉਹਦੀ ਟੈਕਸੇਬਲ ਇਨਕਮ ਹੈਗੀ, ਭਾਵੇਂ ਨਹੀਂ ਭਰਨੀ, ਬੈਂਕਿੰਗ ਪ੍ਰਣਾਲੀ ਵਾਸਤੇ ਪੈਨ ਬਹੁਤ ਜ਼ਰੂਰੀ, ਅੱਗੇ ਵੀ ਡਿਸਕਸ ਕੀਤਾ। ਬਿਲਕੁਲ। ਪਰ ਜਿਹੜਾ ਵਿਅਕਤੀ NRI ਨੂੰ ਕੋਈ ਪੇਮੈਂਟ ਦੇ ਰਿਹਾ, ਜਿੱਦਾਂ ਅਸੀਂ ਡਿਸਕਸ ਕੀਤਾ ਪਹਿਲਾਂ ਦੱਸਿਆ ਵੀ ਕੋਈ ਵਿਆਜ ਦੇ ਰਿਹਾ, ਕੋਈ ਕਿਰਾਇਆ ਦੇ ਰਿਹਾ, ਕੋਈ ਜਾਂ ਉਹਦੀ ਪ੍ਰਾਪਰਟੀ ਪਰਚੇਸ ਕਰਕੇ ਉਹਨੂੰ ਪੇਮੈਂਟ ਕਰ ਰਿਹਾ ਜੀ, ਉਹਦੇ ਉੱਤੇ ਨੇ ਟੈਕਸ ਕੱਟਣਾ, ਤੇ ਉਹਦੇ ਵਾਸਤੇ ਉਹਨੂੰ ਪਹਿਲਾਂ ਟੈਨ ਲੈਣਾ ਪਏਗਾ। ਕਿਉਂਕਿ ਅਸੀਂ ਹੁਣ ਦੇਖਦੇ ਹਾਂ ਵੀ ਅੱਜ ਕੱਲ੍ਹ NRIs ਪ੍ਰਾਪਰਟੀ ਵੇਚਦੇ ਨੇ, ਤੇ ਉਹ ਵੇਚਦੇ ਨੇ ਪਰਸਨਲ ਟੂ ਪਰਸਨ, ਹੈ ਨਾ, ਆਪ ਵੇਚੀ ਖਰੀਦਣ ਵਾਲਾ ਵੀ ਇੰਡੀਵਿਜੂਅਲ ਹੈਗਾ, ਤੇ ਜਿਹੜੇ ਪਰਸਨ ਹੁੰਦੇ ਨੇ, ਇੰਡੀਵਿਜੂਅਲ ਹੁੰਦੇ ਨੇ, ਉਹ ਮੋਸਟਲੀ ਕੇਸਸ ਦੇ ਵਿੱਚ ਉਹਨਾਂ ਨੂੰ ਟੈਨ ਦੀ ਲੋੜ ਅਦਰਵਾਈਜ਼ ਨਹੀਂ ਹੁੰਦੀ। ਜਿਹੜਾ ਤੇ ਬਿਜ਼ਨਸ ਰਨ ਕਰ ਰਿਹਾ ਆਪਣਾ, ਉਹਦੇ ਕੋਲ ਕੋਈ ਟੈਕਸ ਲਾਇਬਿਲਿਟੀ, TDS ਦੀ ਉਹਦੀ ਜ਼ਿੰਮੇਵਾਰੀ ਕਈ ਸਟੇਜਾਂ ਤੇ ਆਉਂਦੀ ਹੈ, ਉਹ ਟੈਨ ਲੈ ਕੇ ਰੱਖਦਾ ਜੀ। ਪਰ ਜਿਹੜੇ ਵਿਅਕਤੀ, ਜਿੱਦਾਂ ਹੁਣ ਇੱਕ ਇੰਡੀਵਿਜੂਅਲ ਨੇ ਦੂਜੇ ਨੂੰ ਵੇਚੀ, ਪਿੰਡ ਦੇ ਵਿੱਚ ਜਗ੍ਹਾ ਹੈਗੀ, ਇੱਕ ਉਹਨੇ ਪਿੰਡ ਵਾਲੇ ਨੂੰ ਵੇਚ ਦਿੱਤੀ, ਉਹਦੇ ਕੋਲ ਤੇ ਟੈਨ ਹੋਏਗਾ ਨਹੀਂ, ਅਦਰ ਰੂਟੀਨ, ਉਹਨੂੰ ਪਹਿਲਾਂ ਟੈਨ ਲੈਣਾ ਪਏਗਾ। ਉਹ ਟੈਨ ਲੈ ਕੇ ਉਸ ਟੈਨ ਦੇ ਅਗੇਂਸਟ ਜਿਹੜਾ NRI ਦਾ ਟੈਕਸ ਕੱਟਿਆ ਹੋਏਗਾ ਪੇਮੈਂਟ ਦੇ ਵਿੱਚੋਂ, ਉਹ ਕੱਟ ਕੇ ਉੱਤੇ ਜਮ੍ਹਾਂ ਕਰਾਏਗਾ। ਬਾਕੀ ਦੀ ਪੇਮੈਂਟ NRI ਦੇ ਅਕਾਊਂਟ, NRI ਜਿਹੜਾ ਵਿਅਕਤੀ ਹੈਗਾ ਵੇਚਣ ਵਾਲਾ, ਉਹਨੂੰ ਪੇਮੈਂਟ ਦੇ ਦਿੰਦੇ। ਪਰ ਜਿਹੜਾ ਉਹਨੇ ਨੰਬਰ ਲਿੱਤਾ ਹੈ, ਪਰਮਾਨੈਂਟ ਅਕਾਊਂਟ ਨੰਬਰ ਲਿੱਤਾ ਹੈ, ਉਹਦੇ ਅਗੇਂਸਟ ਉਹ ਮੈਂਸ਼ਨ ਹੋ ਜਾਏਗਾ ਕਿ ਇਹ ਉਹਨਾਂ ਦਾ ਨੰਬਰ ਹੈ ਔਰ ਉਹਨਾਂ ਦੀ ਪੇਮੈਂਟ ਦੇ ਵਿੱਚੋਂ ਇੰਨਾ ਕੱਟਿਆ ਗਿਆ। ਹਾਂ, ਕਿਉਂਕਿ ਜਿਹੜੀ NRI ਵਾਸਤੇ ਇੱਕ ਜਿਹੜੀ ਮੇਨ ਚੀਜ਼ ਹੁੰਦੀ ਹੈ, ਜਦੋਂ ਉਹਨਾਂ ਨੇ ਕੋਈ ਟ੍ਰਾਂਜੈਕਸ਼ਨ ਇੰਡੀਆ 'ਚ ਕਰਨੀ ਹੈਗੀ ਹੈ, ਕਿਉਂਕਿ TDS ਤੇ ਜ਼ਰੂਰੀ ਹੈ, ਬਿਲਕੁਲ ਸੋਰਸ, ਬਾਇਰ ਦੀ ਜ਼ਿੰਮੇਵਾਰੀ ਹੈ। ਅਗਰ ਉਹ ਨਹੀਂ ਵੀ ਕੱਟਦਾ ਤੇ NRI ਨੂੰ ਤਾਂ ਚਲੋ ਕੋਈ ਫਰਕ ਨਹੀਂ ਪੈਣਾ, ਉਹਨੇ ਆਪਣੀ ਰਿਟਰਨ ਫਾਈਲ ਕਰਨੀ ਹੈ। ਨਹੀਂ ਕੱਟਦਾ ਤੇ ਜਿਹੜਾ ਬਾਇਰ ਹੈਗਾ, ਉਹਦਾ ਜਿਹੜਾ ਉਹਨੂੰ ਪੇਮੈਂਟ ਦੇ ਰਿਹਾ, ਇੱਕ ਬਾਇਰ ਹੋ ਗਿਆ, ਇੱਕ ਜਿੱਦਾਂ ਦੱਸਿਆ ਸੀ ਰੈਂਟਲ ਵਾਲਾ ਹੋ ਗਿਆ ਜਾਂ ਵਿਆਜ ਵਾਲਾ ਹੋ ਗਿਆ, ਅਗਰ ਉਹ ਨਹੀਂ ਕੱਟਦਾ, ਉਹ ਪੈਨਲਟੀ ਪੇਮੈਂਟ ਦੇਣ ਵਾਲੇ ਨੂੰ ਪੈਂਦੀ ਹੈ, ਉਹ NRI ਨੂੰ ਨਹੀਂ ਪਏਗੀ ਜੀ। ਪਰਸਨ ਇਨ ਡਿਫਾਲਟ ਜਿਹੜਾ ਮੰਨਿਆ ਜਾਏਗਾ, ਉਹ ਪੇਮੈਂਟ ਦੇਣ ਵਾਲਾ ਮੰਨਿਆ ਜਾਂਦਾ। ਇਸ ਕਰਕੇ ਪੇਮੈਂਟ ਅੱਜ ਕੱਲ੍ਹ ਜਿਹੜੇ ਸਾਰੇ TDS ਕੱਟਦੇ ਨੇ, ਉਹਦੇ ਵਾਸਤੇ NRI ਨੂੰ ਉਸ TDS ਨੂੰ ਜਿਹੜਾ ਕੱਟਿਆ ਹੁੰਦਾ ਪੈਸਾ, ਤੇ NRI ਉਸ ਬੰਦੇ ਦਾ, ਸੈਲਰ ਦਾ, ਸਪੋਜ਼ 1 ਲੱਖ ਦੀ ਟ੍ਰਾਂਜੈਕਸ਼ਨ ਹੋਈ ਆ, ਉਹਨੇ ਅਬਾਊਟ 22,000 ਰੁਪਈਆ ਹੋਲਡ ਕਰਨਾ ਫॉर ਟੈਕਸ ਪਰਪਸ, 22,000 ਟੈਕਸ ਜਮ੍ਹਾਂ ਕਰਾ ਦੇਗਾ, 78,000 ਰੁਪਈਆ ਉਹ NRI ਨੂੰ ਪੇਮੈਂਟ ਕਰ ਦੇਗਾ। ਓਕੇ। ਉਹ ਜਿਹੜਾ 22,000 ਰੁਪਈਆ 78 ਉਹਨੂੰ ਮਿਲ ਗਿਆ, ਬਾਕੀ 22 ਰਹਿ ਗਿਆ, ਉਹ 22 NRI ਦੇ ਕ੍ਰੈਡਿਟ 'ਚ ਪਿਆ ਡਿਪਾਰਟਮੈਂਟ ਦੇ ਕੋਲ, ਉਹ ਸਬਸੀਕੁਐਂਟਲੀ ਆਪਣਾ ਉਹ ਕਲੇਮ ਕਰ ਸਕਦਾ। ਓਕੇ ਓਕੇ ਓਕੇ। ਮਤਲਬ ਇਹ ਪਰ ਇੱਕ ਚੀਜ਼ ਹੈ ਇਹਦੇ ਵਿੱਚ ਕਿ ਜਿਹੜਾ NRI ਹੈ, ਜਿਹਦੀ ਉਹ ਪ੍ਰਾਪਰਟੀ ਹੈ, ਹੁਣ ਉਹ ਕਹੇਗਾ ਕਿ ਮੈਨੂੰ ਉਹ ਪ੍ਰੂਫ ਦੇ ਰੂਪ ਦੇ ਵਿੱਚ ਕੀ ਹੈ ਉਹਦੇ ਕੋਲ? ਸੰਜੀਵ ਜੀ, ਪ੍ਰੂਫ ਜਿਹੜਾ ਹੁੰਦਾ ਨਾ, ਜਿੱਦਾਂ ਮੈਂ ਦੱਸਿਆ ਵੀ ਜਿਹੜਾ ਬਾਇਰ ਹੈਗਾ, ਉਹ ਹੀ ਇਜ਼ ਅੰਡਰ ਆਬਲੀਗੇਸ਼ਨ ਟੂ ਡਿਡਕਟ ਟੈਕਸ ਕੱਟ ਕੇ ਡਿਪਾਰਟਮੈਂਟ ਦੇ ਕੋਲ ਜਮ੍ਹਾਂ ਕਰਾਉਣਾ। ਉਹਨੇ ਜਮ੍ਹਾਂ ਕਰਾ ਕੇ NRI ਨੂੰ ਫਾਰਮ 16 ਦੇਣਾ, ਇਹ ਉਹਦੀ ਜ਼ਿੰਮੇਵਾਰੀ ਹੈ। ਓਕੇ। ਇੰਸਟੈਂਟਲੀ ਕੀ ਕਰਦੇ ਨੇ, ਜਿੱਦਾਂ ਸਪੋਜ਼ ਅੱਜ ਕੱਲ੍ਹ ਰਜਿਸਟਰੀਆਂ ਹੁੰਦੀਆਂ ਨੇ, ਇੰਸਟੈਂਟਲੀ ਇਹ ਕੀਤਾ ਜਾਂਦਾ ਹੈ ਵੀ ਉਹ ਜਿਹੜੇ ਪੈਸੇ ਕੱਟੇ ਨੇ, ਉਹ ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਤਹਿਸੀਲਦਾਰ ਵੀ ਮੰਗ ਲੈਂਦੇ, ਲਿਆਓ ਜੀ ਟੈਕਸ ਕੱਟਿਆ, ਕੱਟ ਕੇ ਤੁਸੀਂ ਜਮ੍ਹਾਂ ਕਰਾਇਆ, ਪ੍ਰੂਫ ਦਿਖਾਓ, ਠੀਕ ਹੈ। ਫਿਰ ਉਹਦੇ 'ਚ ਕੀ ਹੁੰਦਾ ਵੀ ਉਹਨੇ ਟੈਨ ਤੇ ਲੈ ਲਿਆ ਹੁੰਦਾ, ਬੰਦੇ ਨੇ, ਪਰਚੇਜ਼ ਕਰਨ ਵਾਲੇ ਨੇ, ਉਹ ਆਪਣੇ ਟੈਨ ਦੇ ਅਗੇਂਸਟ ਉਸੇ ਵੇਲੇ ਜਮ੍ਹਾਂ ਕਰਾ ਦਿੰਦਾ ਪੈਸੇ, ਰਜਿਸਟਰੀ ਤੋਂ ਪਹਿਲਾਂ ਇੱਕ ਦਿਨ। ਓਕੇ। ਉਹ ਪੈਸੇ ਜਮ੍ਹਾਂ ਕਰਾ ਕੇ ਉਹ ਰਜਿਸਟਰੀ ਦੇ ਨਾਲ ਵੀ ਲਾ ਦਿੰਦਾ। ਉਹ TDS ਦੀ ਜਿਹੜੀ ਪੇਮੈਂਟ ਰਸੀਟ ਹੁੰਦੀ ਬੈਂਕ ਦੀ, ਉਹ ਵੀ NRI ਨੂੰ ਦੇ ਦਿੰਦਾ। ਉਹ ਹੈਗਾ ਟੈਂਪਰੇਰੀ, ਉਹਦੇ ਕੋਲ ਪ੍ਰੂਫ ਆ ਗਿਆ ਜੀ ਮੇਰੇ ਪੈਸੇ ਬੰਦੇ ਨੇ ਜਮ੍ਹਾਂ ਕਰਾ ਦਿੱਤੇ ਨੇ, ਇਨ ਡਿਊ ਕੋਰਸ ਮੈਨੂੰ ਕ੍ਰੈਡਿਟ ਮਿਲੇਗਾ। ਹੁਣ ਇਨ ਡਿਊ ਕੋਰਸ ਨੂੰ ਦੇਖੀਏ ਤਾਂ ਕਿੱਦਾਂ ਹੁੰਦਾ, ਕਿਉਂਕਿ ਜਿਹੜਾ TDS ਹੈ ਉਹਦੀ ਕੁਆਟਰਲੀ ਰਿਟਰਨ ਜਾਂਦੀ ਹੈ, ਇਨਕਮ ਟੈਕਸ ਦੀ ਤਾਂ ਐਨੂਅਲੀ ਹੈ ਨਾ, ਇਹਦੀ ਕੁਆਟਰਲੀ ਹੈ। ਅਗਰ ਤੇ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਕੋਈ ਟ੍ਰਾਂਜੈਕਸ਼ਨ ਹੋ ਗਈ ਹੈ, ਅਪ੍ਰੈਲ ਮਈ ਜੂਨ 3 ਮਹੀਨੇ ਹੋ ਗਏ, ਉਹਦੀ TDS ਦੀ ਰਿਟਰਨ ਜੁਲਾਈ 'ਚ ਜਾਣੀ ਹੈ। ਉਹ ਜੁਲਾਈ ਦੇ ਵਿੱਚ ਆਪਣੀ ਰਿਟਰਨ ਭਰੇਗਾ, ਉਹ ਹਫਤੇ ਦੇ ਵਿੱਚ ਅਪਡੇਟ ਹੋਏਗੀ, ਤੇ ਉਹਦਾ ਕ੍ਰੈਡਿਟ ਉਹਦੇ ਜਾਏਗਾ NRI ਦੇ ਅਕਾਊਂਟ, ਪੈਨ ਦੇ ਅਗੇਂਸਟ, ਤੇ ਉਹ ਉਹਨੂੰ ਫਾਰਮ 16 ਜਨਰੇਟ ਕਰਕੇ NRI ਨੂੰ ਦੇ ਦੇਣਗੇ, ਲਓ ਜੀ ਲੈ ਲਓ। ਕਈ ਵਾਰੀ ਅੱਜ ਕੱਲ੍ਹ ਲੋਕੀ ਫਾਰਮ 16 ਪਰਚੂ ਨਹੀਂ ਕਰਦੇ, ਕਿਉਂਕਿ ਆਨਲਾਈਨ ਹੀ ਜਿਹੜਾ ਗਵਰਨਮੈਂਟ ਨੇ ਫੈਸਿਲਿਟੀ ਦੇ ਦਿੱਤੀ ਹੋਈ ਆ ਵੀ ਤੁਹਾਡਾ 26 AS ਜਿਹੜਾ ਸਟੇਟਮੈਂਟ ਹੈਗੀ, ਸਟੇਟਮੈਂਟ ਔਰ ਟੈਕਸ, ਉਹਦੇ ਵਿੱਚ ਆ ਜਾਣਾ। ਓਕੇ। ਤੇ ਤੁਹਾਨੂੰ ਉਹ 'ਚੋਂ ਕਲੇਮ ਮਿਲ ਜਾਣਾ, ਬੰਦਾ ਵੈਰੀਫਾਈ ਕਰ ਲੈਂਦਾ ਵੀ 26 AS 'ਚ ਆ ਗਿਆ, ਦੈਟਸ ਆਲ, ਵੀ ਉਹਨੇ ਜਮ੍ਹਾਂ ਕਰਾ ਦਿੱਤਾ, ਆਪਣੀ ਰਿਟਰਨ ਵੀ ਟਾਈਮਲੀ ਭਰਤੀ ਹੈ, ਸਾਰਾ ਕੁਛ ਕਰਤਾ। ਅਦਰਵਾਈਜ਼ ਜਿਹੜਾ ਹੁੰਦਾ, ਉਹ TDS ਜਿਹੜਾ ਕੀਤਾ ਹੁੰਦਾ, ਉਹਦਾ ਡਿਡਕਟਰ ਨੂੰ, ਜਿਹੜਾ ਬੰਦਾ ਬਾਇਰ ਹੈਗਾ, ਜਿਹੜਾ ਟੈਕਸ ਕੱਟ ਰਿਹਾ, ਉਹਨੂੰ ਫਾਰਮ 16 ਦੇਣਾ ਸਟੈਚੂਟਰੀ ਆਬਲੀਗੇਸ਼ਨ ਹੈ। ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਛਾਬੜਾ ਸਾਹਿਬ, ਜੋ ਆਊਟ ਆਫ ਕੌਨਟੈਕਸਟ ਮੈਂ ਗੱਲ ਕਰ ਰਿਹਾ, ਕਿ ਇਹ ਤਾਂ ਹੈ ਇੱਕ ਸਿੰਪਲ ਮੈਥਡ,
ਕਈ ਵਾਰ ਕੀ ਹੁੰਦਾ ਕਿ ਆਪਣੇ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਜੇ ਮੰਨ ਲਓ 20 ਲੱਖ ਦੀ ਪ੍ਰਾਪਰਟੀ ਹੈ ਤਾਂ ਤੁਸੀਂ 15 ਲੱਖ ਦੀ ਰਜਿਸਟਰੀ ਕਰਵਾ ਲਓ, 5 ਲੱਖ ਰੁਪਇਆ ਤੁਸੀਂ ਬਲੈਕ ਲੈ ਲਓ ਤੇ ਉਹਦੇ ਮੁਤਾਬਿਕ ਤੁਹਾਡਾ ਟੈਕਸ ਬਣੇਗਾ। ਇਦਾਂ ਦੇ ਕੰਮ ਚੱਲਦੇ ਨੇ। ਸੰਜੀਵ ਜੀ ਦੇਖੋ, ਇਹ ਤੇ ਇੱਕ ਪੈਰਲਲ ਇਕਨੋਮੀ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਚੱਲਦੀ ਹੈ। ਗਵਰਨਮੈਂਟ ਨੇ ਇੱਕ ਸਰਕਲ ਰੇਟ ਨੋਟੀਫਾਈ ਕਰਦੇ ਨੇ ਏਰੀਆ ਵਾਈਜ਼। ਇਹ ਪਿੰਡ ਦੀ ਜ਼ਮੀਨ ਹੈ, ਐਗਰੀਕਲਚਰ ਹੈ, ਇਹ ਸ਼ਹਿਰੀ ਪ੍ਰਾਪਰਟੀ ਹੈ, ਰੈਜ਼ੀਡੈਂਸ਼ੀਅਲ ਹੈ, ਉੱਥੇ ਸਰਕਲ ਰੇਟ ਆ ਜਾਂਦਾ ਵੀ ਇਸ ਏਰੀਆ ਦੇ ਵਿੱਚ ਐਗਰੀਕਲਚਰ ਲੈਂਡ ਦਾ ਇਹ ਰੇਟ ਹੈ, ਕਮਰਸ਼ੀਅਲ ਦਾ ਪਰ ਮਰਲਾ ਇਹ ਹੈ, ਰੈਜ਼ੀਡੈਂਸ਼ੀਅਲ ਦਾ ਪਰ ਮਰਲਾ ਇਹ ਹੈ। ਉਸ ਜਿਹੜਾ ਰੇਟ ਨੋਟੀਫਾਈ ਕਰਦਾ ਨਾ ਡਿਪਟੀ ਕਮਿਸ਼ਨਰ ਕਰਦੇ ਨੇ ਜੀ, ਉਸ ਤੋਂ ਘੱਟ ਰਜਿਸਟਰੀ ਨਹੀਂ ਹੋ ਸਕਦੀ, ਉਸ ਤੋਂ ਬਾਅਦ ਜਿੰਨੀ ਮਰਜ਼ੀ ਕਰਾਓ। ਤੇ ਜੇ ਤੁਹਾਡੀ ਬਾਰਗੇਨ, ਤੁਹਾਡੀ ਡੀਲ ਵੱਧ ਪੈਸੇ ਦੀ ਹੋਈ ਹੈ ਤੇ ਜਿਹੜੇ ਲੋਕਲ ਲੋਕ ਪਰਚੇਜ਼ ਕਰਨ ਵਾਲੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਮਿਨੀਮਮ ਰੇਟ ਜਿਹੜਾ ਗਵਰਨਮੈਂਟ ਨੇ ਸੈਟਲ ਕੀਤਾ, ਨੋਟੀਫਾਈ ਕੀਤਾ ਹੋਇਆ ਸਰਕਲ ਰੇਟ ਉਹਨੂੰ ਆਮ ਕਹਿ ਦਿੰਦੇ ਨੇ, ਤੇ ਉਹਦੇ ਤੇ ਰਜਿਸਟਰੀ ਕਰਾਈਏ। ਸ਼ੋਰ। ਬਾਕੀ ਪੇਮੈਂਟ ਉਹਦਾ ਦੇ ਦਿੰਦੇ ਨੇ, ਕਰ ਲੈਂਦੇ ਨੇ, ਕਿਉਂਕਿ ਜਿਹੜਾ ਬਾਇਰ ਹੈ ਲੋਕਲ ਉਹਨੂੰ ਰਜਿਸਟਰੀ ਕਰਾਉਣ ਲੱਗਿਆ ਸਟੈਂਪ ਪੇਪਰ ਦੇਣੇ ਪੈਂਦੇ ਨੇ ਪੰਜਾਬ ਗਵਰਨਮੈਂਟ ਦੇ, ਦੇਣੇ ਪੈਂਦੇ ਨੇ। 10% ਸੀ ਉਹਨਾਂ ਨੇ ਮਾਰਚ ਦਾ ਮਹੀਨਾ 31 ਮਾਰਚ ਤੱਕ ਦੇ ਗਵਰਨਮੈਂਟ ਨੇ ਰਿਲੈਕਸੇਸ਼ਨ ਦੇ ਦਿੱਤੀ ਹੈ ਵੀ 2.5% ਉਸ ਵਿਅਕਤੀ ਨੂੰ ਸਟੈਂਪ ਪੇਪਰ ਘੱਟ ਲੱਗਣਗੇ ਜਿਹੜਾ 31 ਮਾਰਚ ਤੱਕ ਰਜਿਸਟਰੀਆਂ ਕਰਾਏਗਾ। ਦੈਟ ਮੀਨ ਬਾਇਰ ਨੂੰ ਉਹਨਾਂ ਨੇ ਇੱਕ ਲਿਓਰਮੈਂਟ ਦਿੱਤੀ ਹੈ ਵੀ ਜੇ ਲੋਕਾਂ ਦੇ ਕੋਈ ਸੌਦੇ ਹੋਏ ਨੇ ਐਸੇ ਫਾਈਨੈਂਸ਼ੀਅਲ ਈਅਰ 'ਚ ਰਜਿਸਟਰੀ ਕਰਾ ਲਓ, ਤੁਹਾਨੂੰ ਬੈਨੀਫਿਟ ਹੋ ਜਾਏਗਾ, ਸਰਕਾਰ ਨੂੰ ਉਹਦਾ ਰੈਵਨਿਊ ਆ ਜਾਏਗਾ। ਉਹ ਇਹ ਸੋਚਦੇ ਨੇ ਵੀ ਜੇ ਅਸੀਂ, ਕਿਉਂਕਿ ਮਿਨੀਮਮ ਉਸ ਸਰਕਲ ਰੇਟ ਤੋਂ ਘੱਟ ਤਾਂ ਤਹਿਸੀਲਦਾਰ ਨੇ ਨਹੀਂ ਕਰਨੀ ਜੀ ਜੀ, ਹੈ ਨਾ। ਸਰਕਲ ਰੇਟ ਤੋਂ ਬਾਅਦ ਉਹ ਨਹੀਂ ਕਰਾਉਣਾ ਚਾਹੁੰਦਾ। ਕੋਈ ਕੇਸਿਸ ਆਉਂਦੇ ਨੇ ਜਿਹੜੇ ਫੁੱਲ ਅਮਾਊਂਟ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਜਾਂ ਇਨਫਲੇਟਡ ਰੇਟ ਤੇ ਹੁੰਦੀਆਂ ਨੇ, ਪਰ ਜਿਹੜੀਆਂ ਰੂਟੀਨ ਜਿਹੜੀ ਚੱਲਦੀ ਉਹ ਚੱਲਦੀ ਹੈਗੀ ਹੈ। ਟੈਕਸ ਉਸੇ ਤੇ ਹੀ ਕੱਟਣਾ ਜਿੰਨੇ ਦੀ ਸੇਲ ਡੀਡ ਰਿਪਰੈਜ਼ੈਂਟ ਕਰੇਗੀ। ਸ਼ੋਰ। ਉਹ ਫਿਰ ਉਹ ਆਪਣਾ ਕੋਈ ਸੈਟਲਮੈਂਟ ਆਪਣਾ ਦੇਖਣਗੇ ਕਿ ਜਿਹੜੀ ਉਹਦੇ ਵਿੱਚ ਸੰਜੀਵ ਜੀ ਮੈਂ ਇੱਕ ਹੋਰ ਐਡ ਕਰਦੇ ਹਾਂ, ਕਈ ਵਾਰੀ ਸਾਡੇ ਭਰਾਵਾਂ ਨੂੰ NRI ਨੂੰ ਖਾਸ ਕਰਕੇ ਇਹਦੀ ਅਵੇਅਰਨੈਸ ਨਹੀਂ ਹੈ। ਕਈ ਜਿਹੜੇ ਇੱਥੇ ਥੋੜ੍ਹੇ ਜਿਹੇ ਵੀ ਓਵਰ ਕਲੈਵਰ ਹੁੰਦੇ ਨੇ, ਉਹ ਕਹਿੰਦੇ ਜੀ ਅਸੀਂ ਰਜਿਸਟਰੀ ਲੱਖ ਰੁਪਏ ਦੀ ਲਿਖਾ ਦਿੰਦੇ ਹਾਂ, ਰਜਿਸਟਰੀ ਲਿਖਾ ਦਿੰਦੇ ਹਾਂ, ਉਹਨੇ ਸਟੈਂਪ ਪੇਪਰ ਲੈ ਲੈਂਦੇ ਹਾਂ ਜੀ, ਪਰ ਸਰਕਲ ਰੇਟ ਦੇ ਅਕੋਰਡਿੰਗ ਉਹਦੀ ਵੈਲਿਊ 2 ਲੱਖ ਬਣਦੀ ਹੈ, ਰਾਈਟ, ਜੋ ਸਰਕਲ ਰੇਟ ਰੱਖਿਆ। ਪਰ ਸਟੈਂਪ ਪੇਪਰ ਉਹ ਪਹਿਲਾਂ 1 ਲੱਖ ਦੇ ਲੈਂਦੇ ਨੇ ਤਾਂ ਕਿ ਉਹਨਾਂ ਨੂੰ ਵਾਈਟ ਘੱਟ ਦੇਣਾ ਪਵੇ, ਸ਼ੋਅ ਘੱਟ ਕਰਨਾ ਪਵੇ। ਹੁੰਦਾ ਕੀ ਹੈ, ਜਦੋਂ ਰਜਿਸਟਰਾਰ ਕੋਲ ਜਾਂਦੀ ਉਹ ਕਹਿੰਦਾ ਨਹੀਂ ਜੀ ਮੈਂ ਤੇ ਇਸ ਤੋਂ ਘੱਟ ਰਜਿਸਟਰੀ ਨਹੀਂ ਕਰਨੀ, ਡੈਫੀਸ਼ੀਐਂਸੀ ਆਫ ਸਟੈਂਪ ਪੇਪਰ ਹੈ ਜਿਹੜੀ ਉਹ ਲਗਾ ਦਿਓ। ਪੇਮੈਂਟ ਜਿਹੜੀ ਸਟੈਂਪ ਪੇਪਰ ਦੀ ਉਹ ਬਾਇਰ ਕਰਦਾ। ਸ਼ੋਰ। ਉਹ ਕੀ ਕਰਦੇ ਨੇ, ਉਸੇ ਲਈ ਇੰਸਟੈਂਟਲੀ ਪੇਮੈਂਟ ਜਮ੍ਹਾਂ ਕਰਾਈ, ਰਜਿਸਟਰਾਰ ਦੇ ਕੋਲ ਰਸੀਦ ਕਟਾਈ, ਜਿੰਨੀ ਡੈਫੀਸ਼ੀਐਂਸੀ ਹੈਗੀ ਤੇ ਆਪਣੀ ਰਜਿਸਟਰੀ ਕਰਾ ਕੇ ਪਰੇ ਚਲੇ ਗਏ। ਸ਼ੋਰ। ਉਸ ਕੇਸ ਦੇ ਵਿੱਚ NRI ਭਰਾਵਾਂ ਨੂੰ ਨੁਕਸਾਨ ਹੋ ਸਕਦਾ, ਜਿਹੜੀ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ। ਸਾਡਾ ਇੱਕ ਸੈਕਸ਼ਨ 50C ਹੈਗਾ ਇਨਕਮ ਟੈਕਸ ਦਾ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਹੁਣ ਕੈਪੀਟਲ ਗੇਨ ਦਾ ਮਸਲਾ ਆ ਜਾਂਦਾ, ਕੈਪੀਟਲ ਗੇਨ ਉਸ ਅਮਾਊਂਟ ਤੇ ਪਏਗਾ ਐਡਮਿਟਡ ਬਿਫੋਰ ਰਜਿਸਟਰਾਰ। ਮੈਂ ਭਾਵੇਂ ਲੋ ਰੇਟ ਦੀ ਰਜਿਸਟਰੀ ਲਿਖਾ ਲਈ, ਜਿੱਦਾਂ ਮੈਂ ਦੱਸਿਆ ਵੀ ਮੈਂ ਲੱਖ ਦੀ ਕਰਾ ਲਈ, ਪਰ ਮੈਂ ਸਟੈਂਪ ਪੇਪਰ 2 ਲੱਖ ਦੇ ਦਿੱਤੇ ਨੇ। ਇਹਦਾ ਮਤਲਬ ਹੋ ਗਿਆ ਵੀ ਮੈਂ ਮੰਨ ਗਿਆ ਮੇਰੀ ਲੈਂਡ 2 ਲੱਖ ਦੀ ਹੈ, ਸ਼ੋਰ, ਹੈ ਨਾ। ਰਜਿਸਟਰ ਸਾਹਿਬ ਨੇ ਐਡਮਿਟ ਕਰ ਲਿਆ। ਹੁਣ ਡਿਪਾਰਟਮੈਂਟ ਇਨਕਮ ਟੈਕਸ ਦੀ ਵਾਰੀ ਆ ਗਈ, ਉਹ ਕਹੇਗਾ ਮੈਂ ਤੁਹਾਡੇ ਕੋਲੋਂ ਕੈਪੀਟਲ ਗੇਨ 2 ਲੱਖ ਤੇ ਲੈਣਾ। ਓਕੇ। ਜਦ ਕਿ NRI ਨੂੰ ਜਾਂ ਕਿਸੇ ਲੋਕਲ ਬੰਦੇ ਨੂੰ ਅਗਰ ਦੇਖ ਲਈਏ ਇਸੇ ਸਿਨੈਰੀਓ ਚ ਆਉਂਦੇ ਹੋਣ, ਉਹਨਾਂ ਨੂੰ ਵਾਈਟ ਤੇ ਘੱਟ ਮਿਲਿਆ ਹੁੰਦਾ, ਲੱਖ ਰੁਪਈਆ ਵਾਈਟ ਮਿਲਿਆ, ਟੈਕਸ ਉਹਨੂੰ 2 ਲੱਖ ਤੇ ਦੇਣਾ ਪੈਣਾ ਕੈਪੀਟਲ ਗੇਨ। ਇਸ ਕਰਕੇ NRI ਭਰਾਵਾਂ ਨੂੰ ਖਾਸ ਕਰਕੇ, ਜਿਨ੍ਹਾਂ ਨੂੰ ਮੈਨੂੰ ਕਈ ਮਹਿਸੂਸ ਕਰ ਰਹੇ ਅਵੇਅਰਨੈਸ ਘੱਟ ਆ, ਰਜਿਸਟਰੀ ਜਿਹੜੀ ਕਰਾਓ ਉਹਨੇ ਦੇ ਸਟੈਂਪ ਪੇਪਰ ਕਰੋ ਜਿੰਨੇ ਤਹਿਸੀਲਦਾਰ ਨੇ ਮੰਨਣੇ ਨੇ ਘੱਟ ਤੋਂ ਘੱਟ। ਰਜਿਸਟਰੀਆਂ ਇੱਦਾਂ ਨਾ ਕਰੋ। ਇੱਥੇ ਲੋਕਲ ਮਗਰ ਲੱਗ ਕੇ ਕਈ ਵਾਰੀ ਕਹਿੰਦੇ ਤੁਹਾਨੂੰ ਟੈਕਸ ਪੈਣਾ ਜੀ, ਤੁਹਾਡਾ ਟੈਕਸ ਵੀ ਘੱਟ ਜਾਏਗਾ, ਪਰ ਉਹਨਾਂ ਦਾ ਟੈਕਸ ਨਹੀਂ ਘੱਟਦਾ। ਇਹਦੇ 'ਚ ਇਹ ਰੱਖਣਾ, ਯਾਦ ਰੱਖਣਾ ਜ਼ਰੂਰੀ ਹੈ ਜੀ। ਛਾਬੜਾ ਸਾਹਿਬ, ਇਹ ਤੇ ਸਾਰੀ ਕਲੀਅਰ ਹੋ ਗਈ ਕਿ ਸੇਲ ਆਫ ਪ੍ਰਾਪਰਟੀ ਔਰ ਕਿਹੜੀਆਂ ਹੋਰ ਪੇਮੈਂਟਸ ਨੇ ਜਿਹਦੇ ਉੱਤੇ TDS ਕੱਟ ਕੇ ਜਮ੍ਹਾਂ ਕਰਵਾਉਣਾ ਹੁੰਦਾ ਹੈ ਬਾਇਰ ਨੇ, ਕਿਉਂਕਿ ਇਹ ਉਹਦੀ ਸਾਰੀ ਜ਼ਿੰਮੇਵਾਰੀ, ਉਹਦੀ ਰਿਸਪੌਂਸਿਬਿਲਟੀ ਹੈ, ਇਹ ਉਹਦੀ ਜੌਬ ਆ। ਸੋ ਇਸ ਤੋਂ ਬਾਅਦ NRI ਦਾ ਉਹ ਟੈਕਸ ਕੱਟਿਆ ਗਿਆ। ਹੁਣ ਇਹ ਹਰੇਕ ਬੰਦੇ ਦਾ ਹੁੰਦਾ ਕਿ ਹਾਰਡ ਅਰਨਡ ਮਨੀ ਹੈ, ਉਹ ਰਿਫੰਡ ਵੀ ਹੋਣਾ ਚਾਹੀਦਾ ਹੈ, ਸਾਨੂੰ ਵਾਪਸ ਆਉਣੀ ਚਾਹੀਦੀ ਹੈ। ਸੋ ਉਹਦੇ ਵਾਸਤੇ ਇਨਕਮ ਟੈਕਸ ਜੀ ਇਸ ਤਰ੍ਹਾਂ ਹੈਗਾ ਵੀ ਹਾਰਡ ਅਰਨਡ ਮਨੀ ਹੋਵੇ ਭਾਵੇਂ ਜਿੱਦਾਂ ਦੀ ਵੀ ਹੋਵੇ, ਉਹ ਪੈਸਾ ਉਹਦਾ ਪੈਸਾ ਹੈ, ਉਹ ਪੈਸਾ ਸੈਲਰ ਦਾ, ਜਾਂ ਭਾਵੇਂ ਉਹ NRI ਹੈ ਭਾਵੇਂ ਉਹ ਇੰਡੀਅਨ ਰੈਜ਼ੀਡੈਂਟ ਹੈ। NRI ਦੇ ਕੇਸ ਦੇ ਵਿੱਚ ਹੁੰਦਾ ਵੀ ਅਮਾਊਂਟ ਜ਼ਿਆਦਾ ਬਲਾਕ ਹੁੰਦੀ, ਜਿੱਦਾਂ ਮੈਂ ਦੱਸਿਆ ਵੀ 22% ਦੇ ਕਰੀਬ ਪੈ ਜਾਂਦੀ ਹੈ। ਇੰਡੀਅਨ ਰੈਜ਼ੀਡੈਂਟ ਜਿਹੜੇ ਵੇਚਣ ਵਾਲੇ ਹੁੰਦੇ ਉਹਨਾਂ ਤੇ ਘੱਟ ਪੈਂਦੀ ਹੈ। ਉਹਨਾਂ ਦਾ ਅਗਰ 50 ਲੱਖ ਤੋਂ ਵੱਧ ਰਜਿਸਟਰੀ ਹੋਣੀ ਤੇ 1% ਪੈਣਾ ਕੱਟਣਾ ਉਹਨੇ,
ਹੈ ਨਾ, ਉਹਨਾਂ ਦੀ ਅਮਾਊਂਟ ਛੋਟੀ ਹੁੰਦੀ ਹੈ। NRI ਦੀ ਕੇਸ ਦੇ ਵਿੱਚ ਉਹਨਾਂ ਦੀ ਜ਼ਿਆਦਾ ਅਮਾਊਂਟ ਬਲੌਕ ਹੋ ਜਾਂਦੀ ਹੈ। ਉਹਨੂੰ ਕਲੇਮ ਕਰਨ ਵਾਸਤੇ, ਰਿਫੰਡ ਲੈਣ ਵਾਸਤੇ, ਜਿਹਨੂੰ ਅਸੀਂ ਬੜੀ ਪਲੇਨ ਸ਼ਬਦਾਂ 'ਚ ਕਹਿ ਦੇਣਾ ਜੀ ਰਿਫੰਡ ਮਿਲੇਗਾ। ਰਿਫੰਡ ਮਿਲੇ। ਹੁਣ ਰਿਫੰਡ ਦੋ ਚੀਜ਼ਾਂ 'ਚ ਮਿਲਦਾ ਵੀ ਜੇ ਤੇ ਤੁਹਾਡੀ ਪ੍ਰਾਪਰਟੀ ਉਹ ਨੋ ਟੈਕਸ ਜ਼ੋਨ 'ਚ ਪੈਂਦੀ। ਨੋ ਟੈਕਸ ਜ਼ੋਨ ਦਾ ਮੈਂ ਇੱਕ ਨਵਾਂ ਲਫ਼ਜ਼ ਵਰਤਿਆ, ਡਿਪਾਰਟਮੈਂਟ ਉੱਥੇ ਨਹੀਂ ਹੈ ਐਕਟ ਦੇ ਵਿੱਚ। ਓਕੇ। ਉਹ ਹੈਗਾ ਵੀ ਕੁਝ ਐਗਰੀਕਲਚਰ ਲੈਂਡ ਨੇ ਜਿਹੜੀਆਂ ਜਿਹਦੀ ਟ੍ਰਾਂਜੈਕਸ਼ਨ NRI ਆ ਕੇ ਕਰਦੇ ਨੇ ਆਪਣੀ ਐਗਰੀਕਲਚਰ ਲੈਂਡ ਵਿੱਚ ਹੀ। ਕਈ ਜਿਹੜੀ ਐਗਰੀਕਲਚਰ ਲੈਂਡ ਨੇ ਉਹ ਪਿੰਡਾਂ 'ਚ ਵਿੱਚ ਪੈਂਦੀਆਂ ਨੇ ਜੀ। ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਪੈਂਦੀਆਂ ਨੇ ਇੱਕ ਮਿੱਥੇ ਜਿਹੇ ਡਿਸਟੈਂਸ ਤੋਂ। ਮਿਊਨਿਸਪਲ ਕਮੇਟੀ ਦਾ ਥੋੜ੍ਹਾ ਘੱਟ ਡਿਸਟੈਂਸ ਹੈ। ਪਿੰਡ ਵਾਈਜ਼ ਅਗਰ ਦੇਖਿਆ ਜਾਏ ਤਾਂ ਉਹਦੀ ਆਬਾਦੀ ਤੋਂ ਦੇਖਦੇ ਨੇ ਵੀ ਪਿੰਡ ਦੀ ਆਬਾਦੀ ਕਿੰਨੀ ਕੁ ਹੈਗੀ ਹੈ। 10,000 ਤੋਂ ਘੱਟ ਹੈ ਕਿ 10,000 ਤੋਂ ਵੱਧ ਹੈ ਕਿ 1 ਲੱਖ ਤੱਕ ਹੈ, ਇੱਦਾਂ ਦੇ ਉਹ ਕ੍ਰਾਈਟੀਰੀਆ ਹੈਗਾ। ਉਹਨੂੰ ਧਿਆਨ ਰੱਖਦੇ ਹੋਏ ਆਪਾਂ ਉਹਦੀ ਰਿਟਰਨ ਫਾਈਲ ਕਰਦੇ ਹਾਂ। ਇਨਕਮ ਟੈਕਸ ਦੀ ਰਿਟਰਨ ਫਾਈਲ ਕਰਨੀ ਪੈਂਦੀ ਹੈ NRI ਨੂੰ। ਰਿਟਰਨ ਫਾਈਲ ਕਰਨ 'ਚ ਇਹੀ ਪਹਿਲਾਂ ਚੈੱਕ ਕਰਨਾ ਪੈਂਦਾ ਵੀ ਇਹ ਜਿਹੜੀ ਪ੍ਰਾਪਰਟੀ ਸੀ ਕਿ ਇਹ ਉਹ ਕਾਰਪੋਰੇਸ਼ਨ ਤੋਂ ਬਾਹਰ ਪੈਂਦੀ ਸੀ। ਕਿਉਂਕਿ ਜੇ ਉਹਨਾਂ ਹਲਕਿਆਂ 'ਚ ਉਹਨਾਂ ਏਰੀਏ 'ਚ ਪੈਂਦੀ ਹੈ, ਉਸ ਬਾਉਂਡਰੀ ਤੋਂ ਬਾਹਰ ਪੈਂਦੀ ਹੈ, ਤੇ ਐਗਰੀਕਲਚਰ ਇਨਕਮ ਟੈਕਸ, ਐਗਰੀਕਲਚਰ ਜਿਹੜੀ ਹੈ ਸੇਲ ਹੈ ਪ੍ਰਾਪਰਟੀ ਦੀ, ਉਹਦੇ ਉੱਤੇ ਕੈਪੀਟਲ ਗੇਨ ਨਹੀਂ ਪੈਂਦਾ। ਜ਼ੀਰੋ ਕੈਪੀਟਲ ਗੇਨ ਹੈ। ਓਕੇ। ਤੇ ਜਿਹੜਾ ਪੈਸਾ ਕੱਟਿਆ ਹੋਏਗਾ ਉਹ ਸਾਨੂੰ ਟੋਟਲ ਦਾ ਪੂਰਾ ਰਿਫੰਡ ਆਏਗਾ। ਹੁਣ ਹੁੰਦਾ ਕਿ ਉਹਦੇ ਵਾਸਤੇ ਅਸੈਸੀ ਨੂੰ, ਜਿਹੜਾ ਸਾਡਾ ਨਾਨ ਰੈਜ਼ੀਡੈਂਟ ਹੈ, ਉਹਨੂੰ ਕੀ ਕਰਨਾ ਪੈਣਾ ਵੀ ਡਿਊ ਕੋਰਸ ਦੇ ਵਿੱਚ ਆਪਣੀ ਇਨਕਮ ਟੈਕਸ ਦੀ ਰਿਟਰਨ ਫਾਈਲ ਕਰੇ। ਓਕੇ। ਜਿੱਦਾਂ ਅਸੀਂ ਦੱਸਿਆ ਵੀ ਉਹਨੇ TDS ਜਮ੍ਹਾਂ ਕਰਾਤਾ ਤੇ ਉਹਦੇ ਪੈਨ ਦੇ ਕ੍ਰੈਡਿਟ 'ਚ ਆ ਗਿਆ, 26S ਨਜ਼ਰ ਆ ਗਿਆ। ਸਾਰੀ ਜ਼ਮੀਨ ਦਾ ਬਿਊਰਾ ਦੇ ਕੇ ਵੀ ਇਹ ਮੇਰੀ ਇੱਥੇ ਲੈਂਡ ਸੀਗੀ, ਇਸ ਸੈਕਸ਼ਨ ਦੇ ਵਿੱਚ ਉਹ ਟੈਕਸ ਨਹੀਂ ਪੈਂਦਾ, ਉਹਦੀ ਰਿਟਰਨ ਫਾਈਲ ਕਰੇ। ਇੰਨਾ ਕੈਪੀਟਲ ਗੇਨ ਬਣਦਾ ਹੈ, ਐਗਰੀਕਲਚਰ ਹੋਣ ਕਰਕੇ ਐਗਜ਼ੈਂਪਟ ਹੈਗਾ, ਤੇ ਇੰਨਾ ਮੇਰਾ ਟੈਕਸ ਕੱਟਿਆ ਮੈਨੂੰ ਵਾਪਸ ਦਿੱਤਾ ਜਾਵੇ, ਉਹਦੀ ਇਨਕਮ ਟੈਕਸ ਰਿਟਰਨ ਉਹਨੂੰ ਫਾਈਲ ਕਰਨੀ ਪੈਂਦੀ ਹੈ। ਓਕੇ। ਹੁਣ ਇਨਕਮ ਟੈਕਸ ਰਿਟਰਨ ਦੇ ਅਗਰ ਅਸੀਂ ਡਿਊ ਟਾਈਮ 'ਤੇ ਭਰੀਏ ਤੇ ਉਹ 1 ਅਪ੍ਰੈਲ ਤੋਂ ਲੈ ਕੇ ਜਿਹੜਾ ਸਾਡਾ ਫਾਈਨੈਂਸ਼ੀਅਲ ਈਅਰ ਸ਼ੁਰੂ ਹੁੰਦਾ ਪਿਛਲੇ ਸਾਲ ਦੀ 31 ਮਾਰਚ ਤੱਕ ਦੀ ਰਿਟਰਨ, ਅਪ੍ਰੈਲ, ਮਈ, ਜੂਨ, ਜੁਲਾਈ 4 ਮਹੀਨੇ ਦੇ ਵਿੱਚ ਅਸੀਂ ਆਪਣੀ ਰਿਟਰਨ ਫਾਈਲ ਕਰ ਸਕਦੇ ਹਾਂ। 31 ਜੁਲਾਈ ਤੱਕ ਸਾਡੀ ਲਾਸਟ ਡੇਟ ਹੈ ਵਿਦਆਊਟ ਪੈਨਲਟੀ। ਓਕੇ। 31 ਜੁਲਾਈ ਤੋਂ ਲੈ ਕੇ 31 ਦਸੰਬਰ ਤੱਕ ਅਸੀਂ ਰਿਟਰਨ ਭਰਾਂਗੇ ਵਿਦ ਪੈਨਲਟੀ। ਓਕੇ। ਹੁਣ ਮੋਸਟ ਆਫ ਜਿਹੜੇ ਸਾਡੇ NRI ਭਰਾ ਨੇ ਉਹ ਆਪਣਾ ਡੀਲ ਕਰਕੇ ਚਲੇ ਜਾਂਦੇ, ਉਹ ਭੁੱਲ ਜਾਂਦੇ ਰਿਟਰਨ ਭਰਨੀ। ਉਹ ਜੇ ਤੇ ਜੁਲਾਈ ਤੱਕ ਜਿੱਦਾਂ ਭਾਰਤੀ ਤੇ ਪੈਨਲਟੀ ਵੀ ਨਹੀਂ ਪੈਂਦੀ, ਦਸੰਬਰ ਤੱਕ ਪੈਨਲਟੀ ਪੈਂਦੀ ਹੈ ਨਾ, ਦਸੰਬਰ ਤੋਂ ਬਾਅਦ ਉਹ ਰਿਟਰਨ ਹੀ ਨਹੀਂ ਭਰ ਪਾਉਣਗੇ ਆਪਣੀ। ਓਕੇ। ਉਹਨਾਂ ਨੂੰ ਆਪਣਾ ਰਿਫੰਡ ਵੀ ਨਹੀਂ ਮਿਲੇਗਾ। ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਜਿਸ ਵੇਲੇ ਤੁਸੀਂ ਇੱਥੇ ਜ਼ਮੀਨ ਵੇਚ ਕੇ ਜਾਣਾ, ਕਿਸੇ ਨੇ NRI ਭਰਾ ਨੇ, ਅਗਰ ਉਹਦੇ ਕੋਲ ਦੁਬਾਰਾ ਨਹੀਂ ਆਇਆ ਜਾਣਾ ਜੀ, ਆਪਣੇ ਕਿਸੇ ਜਿਹੜਾ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੋਏਗਾ, ਅਸੈਸੀ ਕੌਂਸਲ ਹੋਏਗਾ ਜਿਹੜਾ, ਉਹਦੇ ਨਾਲ ਗੱਲਬਾਤ ਕਰਕੇ ਜਾਣ। ਉਹਦੇ ਬਿਹਾਫ 'ਤੇ ਇੱਕ ਡਿਜੀਟਲ ਸਿਗਨੇਚਰ ਸਰਟੀਫਿਕੇਟ ਇਸ਼ੂ ਹੁੰਦਾ ਜਾਂ ਡਾਟਾ, ਤੇ ਉਹ ਕੌਂਸਲ ਨੂੰ ਦੇ ਕੇ ਜਾਣਗੇ ਸਾਰਾ ਵੀ ਇਹ ਮੈਂ ਜਗ੍ਹਾ ਖਰੀਦੀ ਸੀ, ਇਹ ਮੇਰੀ ਪੁਰਾਣੀ ਜਗ੍ਹਾ, ਜਾਂ ਮੈਂ ਖਰੀਦੀ ਸੀ, ਇਹ ਮੈਂ ਵੇਚੀ ਹੈ। ਟੈਕਸ ਕੈਲਕੂਲੇਟ ਆਪਣਾ ਕਰਵਾ ਕੇ ਜਾਣ, ਜੇ ਕੋਈ ਬਣਦਾ ਸਪੀਡ ਵਰਕ ਕਰਕੇ ਜਾਣ, ਤੇ ਤੁਹਾਡੇ ਵੈਬਸਾਈਟ ਦੇ ਵਿੱਚ ਤੁਹਾਡਾ ਜਿਹੜਾ ਕੌਂਸਲ ਹੈ ਉਹ ਰਿਟਰਨ ਫਾਈਲ ਕਰ ਦੇਵੇ। ਉਹ ਡਿਜੀਟਲ ਸਿਗਨੇਚਰ ਦੇ ਨਾਲ ਰਿਟਰਨ ਫਾਈਲ ਕਰੇਗਾ, ਇਮੀਡੀਏਟਲੀ ਪ੍ਰੋਸੈਸ ਹੋਏਗੀ ਰਿਟਰਨ ਉਹਨਾਂ ਦੀ ਵਿਦਿਨ 15 ਦਿਨ, ਜੋ ਅੱਜ ਕੱਲ੍ਹ ਡਿਜੀਟਲ ਦਾ ਚੱਲ ਰਿਹਾ। ਤੇ ਤੁਹਾਡਾ ਜਿਹੜਾ ਰਿਫੰਡ ਹੈ, ਜਿਹੜਾ ਅਸੀਂ ਉੱਥੇ ਰਿਟਰਨ ਦੇ ਵਿੱਚ ਆਪਣਾ ਬੈਂਕ ਅਕਾਊਂਟ ਦੇ ਨੇ ਉਹਦੇ 'ਚ ਕ੍ਰੈਡਿਟ ਹੋ ਜਾਏਗਾ। ਉਹਨਾਂ ਨੂੰ ਵਾਪਸ ਆਉਣ ਦੀ ਲੋੜ ਨਹੀਂ ਹੈ, ਪ੍ਰੋਵਾਈਡਡ ਇਹ ਸਾਰੀ ਤਿਆਰੀ ਕਰਕੇ ਜਾਣ। ਹੁਣ ਸਾਡੇ ਕੋਲ ਕਈ ਆਉਂਦੇ ਨੇ, ਡਿਜੀਟਲ ਸਰਟੀਫਿਕੇਟ ਲੈ ਲਈਦਾ ਉਹਨਾਂ ਦਾ, ਬਾਅਦ ਦੇ ਵਿੱਚ ਰਿਟਰਨ ਅਸੀਂ ਭਰ ਦੇਣੀ ਹੈ, ਰਿਫੰਡ ਉਹਨਾਂ ਨੂੰ ਪਹੁੰਚ ਜਾਣਾ। ਉਹਨਾਂ ਨੂੰ ਦੁਬਾਰਾ ਉੱਥੋਂ ਚੱਕਰ ਲਾਉਣ ਦੀ ਫਾਰ ਰਿਫੰਡ ਵਾਸਤੇ ਜ਼ਰੂਰੀ ਨਹੀਂ, ਪਰ ਰਿਫੰਡ ਵਾਸਤੇ ਉਹਨਾਂ ਦੀ ਇਨਕਮ ਟੈਕਸ ਜਿਹੜੀ ਰਿਟਰਨ ਜਾਣੀ ਜ਼ਰੂਰੀ ਹੈ। ਬੇਸ ਹੈਗਾ, ਉਹਨਾਂ ਨੂੰ ਪੈਨ ਲੈਣਾ ਜ਼ਰੂਰੀ ਹੈ। ਜਿਹੜਾ ਬੰਦਾ ਟੈਕਸ ਕੱਟ ਰਿਹਾ ਉਹਨੂੰ ਪੈਨ ਦੀ ਕਾਪੀ ਆਪਣੀ ਦੇ ਦੇਣ, ਤਾਂ ਕਿ ਉਹ ਤੁਹਾਡੇ ਪੈਨ ਦੇ ਵਿੱਚ ਕ੍ਰੈਡਿਟ ਜਮ੍ਹਾਂ ਕਰਾਵੇ ਉਹਦਾ, ਔਰ ਫਿਰ ਤੁਸੀਂ ਪੈਨ ਦੇ ਅਗੇਂਸਟ ਹੀ ਆਪਣੀ ਰਿਟਰਨ ਫਾਈਲ ਕਰਨੀ ਹੈ। ਤੁਹਾਡਾ ਜਿਹੜਾ ਉੱਥੇ ਕ੍ਰੈਡਿਟ ਆਇਆ ਹੋਇਆ 26S ਜਿੱਦਾਂ ਅਸੀਂ ਦੱਸਿਆ ਹੈਗਾ, ਉਹ ਆ ਜਾਏਗਾ, ਉਹ ਇਹਨਾਂ ਨੂੰ ਉਹਦਾ ਕਲੇਮ ਮਿਲ ਜਾਏਗਾ। ਜੇ ਐਗਰੀਕਲਚਰ ਲੈਂਡ ਹੈ, ਜਿੱਦਾਂ ਅਸੀਂ ਦੱਸਿਆ ਵੀ ਆ ਕੁਝ ਏਰੀਏ ਤੋਂ ਬਾਹਰ ਹੈ, ਉਹਦੇ ਉੱਤੇ ਕੋਈ ਟੈਕਸ ਨਹੀਂ ਪਏਗਾ, ਜਿਹੜਾ ਕਟਿਆ 100% ਉਹਨਾਂ ਨੂੰ ਵਾਪਸ ਆਏਗਾ। ਜੇ ਕੋਈ ਪ੍ਰਾਪਰਟੀ ਅਰਬਨਾਈਜ਼ ਹੋ ਗਈ ਹੈ, ਸ਼ਹਿਰ 'ਚ ਪੈਂਦੀ ਹੈ, ਕੋਈ ਕਮਰਸ਼ੀਅਲ ਪ੍ਰਾਪਰਟੀ ਹੈ, ਕੋਈ ਰੈਜ਼ੀਡੈਂਸ਼ੀਅਲ ਹੈ, ਈਵਨ ਐਗਰੀਕਲਚਰ ਵੀ ਅਗਰ ਸ਼ਹਿਰ 'ਚ ਆ ਗਈ ਤਾਂ ਟੈਕਸ ਪਏਗਾ ਉਹਦਾ। ਫਿਰ ਉਹਦਾ ਸਿਸਟਮ ਹੁੰਦਾ ਬਈ ਇਹਨਾਂ ਨੇ 20% ਤੇ ਕੱਟ ਲਿਆ ਪਾਰਟੀ ਨੇ, ਸਾਨੂੰ ਟੈਕਸ ਕਿੰਨਾ ਪੈਣਾ ਉਹ ਕੈਲਕੂਲੇਟ ਕਰਨਾ। ਅਸੀਂ ਕੈਲਕੂਲੇਟ ਕਰਨਾ ਵੀ ਜ਼ਮੀਨ ਉਹਨਾਂ ਦੀ ਪੁਰਾਣੀ ਹੈ, ਰਾਈਟ। 80-90% ਕੇਸਾਂ ਦੇ ਵਿੱਚ
ਜੱਦੀ ਜ਼ਮੀਨ ਆ, ਕਿਸੇ ਨੇ ਘੱਟ ਹੀ ਖਰੀਦੀ ਹੁੰਦੀ ਹੈ, ਜਿਹੜੀ ਜਨਰੇਸ਼ਨ ਚੱਲ ਰਹੀ ਹੈ। ਜੱਦੀ ਜ਼ਮੀਨ ਦਾ ਮੀਨ ਉਹ ਬਹੁਤ ਪੁਰਾਣੀ ਹੈ। ਯਾ ਸਰਕਾਰ ਨੇ ਰੈਫਰੈਂਸ ਇੰਡੈਕਸ ਦਿੱਤਾ ਹੋਇਆ, ਉਹ ਕਹਿੰਦੇ ਵੀ 2001 ਦੇ ਵਿੱਚ ਇਹਦੀ ਵੈਲਿਊ ਕੀ ਸੀਗੀ ਤੇ ਹੁਣ ਕਿੰਨੇ ਦੀ ਵਿਕਦੀ ਪਈ ਹੈ। 2001 ਦੀ ਵੈਲਿਊ ਲੈ ਕੇ ਉਹਦਾ ਰੈਫਰੈਂਸ ਇੰਡੈਕਸ ਲਗਾਇਆ ਜਾਂਦਾ, ਜਿੰਨੀ ਉਸ ਤੋਂ ਵੱਧ ਵਿਕੇਗੀ ਉਹਦਾ 20% ਟੈਕਸ ਬਣਦਾ। ਉਹ ਇਨਕਮ ਟੈਕਸ ਹੈ, ਇਹ TDS ਸੀ 22%, ਉਹ ਇਨਕਮ ਟੈਕਸ ਬਣ ਗਿਆ। ਇਹ ਇਨਕਮ ਟੈਕਸ ਬਣ ਗਿਆ ਤੁਹਾਡਾ, ਤੁਹਾਡੀ ਟੈਕਸ ਲਾਇਬਿਲਿਟੀ ਉਹਨੂੰ ਕਹਿੰਦੇ ਆ ਅਸੀਂ। ਉਹ TDS ਲਾਇਬਿਲਿਟੀ ਨਹੀਂ ਹੈ ਸਾਡੀ NRI ਦੀ, ਜਿਹੜੀ TDS ਇੱਕ ਬੜਾ ਇਹ ਭੁਲੇਖਾ ਪੈਂਦਾ। ਲੋਕ NRI ਸਮਝਦੇ ਸਾਡਾ ਜੀ 22% ਟੈਕਸ ਪੈ ਗਿਆ ਸਾਨੂੰ। 22 ਟੈਕਸ ਨਹੀਂ ਪੈਂਦਾ। 1 ਲੱਖ ਰੁਪਏ ਦੀ ਚੀਜ਼ ਆ, ਅੱਜ ਮੈਂ 5 ਲੱਖ ਦੀ ਵੇਚਦਾ ਪਿਆ। ਕੈਪੀਟਲ ਗੇਨ ਹੈ। 2001 ਨੂੰ 1 ਲੱਖ ਰੁਪਏ ਦੀ ਚੀਜ਼ ਸੀਗੀ। ਰੈਫਰੈਂਸ ਇੰਡੈਕਸ ਲਾ ਕੇ ਅੱਜ 22-23 ਦੇ ਵਿੱਚ ਉਹਦੀ ਵੈਲਿਊ ਰੈਫਰੈਂਸ ਇੰਡੈਕਸ ਦੇ ਨਾਲ 3,31,000 ਹੋ ਗਈ ਜੀ। 5 ਲੱਖ ਦੀ ਵਿੱਚ ਹੀ ਕੱਟਿਆ ਤੇ ਉਹਨੇ ਜਾ ਕੇ 1,10,000 ਅਬਾਊਟ ਕੱਟ ਲਿਆ। ਸਾਡੀ 3,31,000 ਤੱਕ ਕੋਈ ਟੈਕਸ ਨਹੀਂ ਪੈਣਾ ਸਾਨੂੰ। ਓਵਰ ਐਂਡ ਅਬਵ ਜਿਹੜਾ 1,69,000 ਸਾਡਾ ਬਣਿਆ, ਉਹਦੇ ਉੱਤੇ ਸਾਨੂੰ 20% ਟੈਕਸ ਪੈਣਾ। ਕੱਟਿਆ ਗਿਆ 1,10,000, ਪਰ ਜਿਹੜਾ ਸਾਡਾ ਟੈਕਸ ਬਣਨਾ ਉਹ 20% ਪੈਣਾ 169 ਦੇ ਉੱਤੇ। ਇਸ ਕਰਕੇ ਉਹਦੇ ਤੇ 20% ਕੱਟ ਕੇ ਤੁਹਾਡਾ ਬਾਕੀ ਬਣਦਾ ਜਿਹੜਾ ਸਰਪਲਸ ਟੈਕਸ ਹੈ TDS ਤੋਂ, ਉਹ ਤੁਹਾਨੂੰ ਰਿਟਰਨ ਭਰੇ ਤੁਹਾਡਾ ਵਾਪਸ ਵੀ ਆ ਜਾਏਗਾ। ਓਕੇ। ਦੋ ਤਰ੍ਹਾਂ ਜਿਹਦੇ 'ਚ ਟੈਕਸ ਪੈਂਦਾ ਉਹ ਇਸ ਤਰ੍ਹਾਂ ਕੈਲਕੂਲੇਟ ਹੁੰਦੀ ਹੈ, ਐਗਰੀਕਲਚਰ ਤੇ ਹੈ ਹੀ ਉਹ ਤੇ 100% ਆਉਣਾ ਹੁੰਦਾ। ਸੋ ਜਿਹੜੀ ਇਹ ਰਿਟਰਨਸ ਭਰਨੀਆਂ ਨੇ, ਸਾਰਾ ਪੇਪਰ ਵਰਕ ਹੈ, ਇਹ ਇੰਡੀਆ 'ਚ ਕੀਤਾ ਜਾਵੇ ਕਿਉਂਕਿ ਜਿੱਥੇ ਦੀ ਪ੍ਰਾਪਰਟੀ ਸੀ, ਜਿੱਥੇ ਸੇਲ ਹੋਈ ਹੈ। ਸੰਜੀਵ ਜੀ, ਜਿਹੜੇ ਤੇ ਕੋਈ ਬਹੁਤ ਪੜ੍ਹੇ ਲਿਖੇ NRI ਹੈਗੇ ਨੇ ਸਾਡੇ ਵੀਰ, ਕਿਉਂਕਿ ਇਹ ਸਾਰੀਆਂ ਆਨਲਾਈਨ ਫੈਸਿਲਿਟੀਜ਼ ਹੈ। ਓਕੇ, ਆਨਲਾਈਨ ਫੈਸਿਲਿਟੀਜ਼ ਨੇ। ਰਿਟਰਨ ਆਨਲਾਈਨ ਸਬਮਿਟ ਹੁੰਦੀ ਹੈ, ਡਿਜੀਟਲੀ ਸਾਈਨ ਹੁੰਦੀ ਹੈ। ਜੇ ਡਿਜੀਟਲ ਸਾਈਨ ਨਹੀਂ ਹੁੰਦੀ ਤੇ ਜਿਹੜੀ ਜਦੋਂ ਅਸੀਂ ਰਿਟਰਨ ਫਾਈਲ ਕਰਨੇ ਆ, ਉਹਦਾ ਇੱਕ ITR-V ਕਹਿੰਦੇ ਨੇ, ਇਨਕਮ ਟੈਕਸ ਰਿਟਰਨ ਦਾ ਵੈਰੀਫਿਕੇਸ਼ਨ ਪੇਜ ਜੀ, ਉਹ ਜੋ ਡਾਊਨਲੋਡ ਕਰਕੇ ਉਹਨੂੰ ਸਾਈਨ ਕਰਕੇ, ਪਿਛਲੇ ਸਾਲ ਉਹਦੀ ਟਨਿਓਰ ਹੁੰਦੀ ਸੀ, ਉਹਦੇ ਜਿਹੜਾ ਟਾਈਮ ਦਿੱਤਾ ਜਾਂਦਾ ਸੀ ਵੀ ਤੁਸੀਂ 120 ਦਿਨ ਜੀ, ਦੈਟ ਮੀਨ 4 ਮਹੀਨੇ ਦੇ ਵਿੱਚ ਤੁਸੀਂ ਉਹਨੂੰ ਡਿਪਾਰਟਮੈਂਟ ਕੋਲ ਸਾਈਨ ਕਰਕੇ ਭੇਜ ਦਿਓ ਮੈਨੂਅਲੀ। ਪਰ ਹੁਣ ਹੈਗਾ ਵੀ 1 ਮਹੀਨੇ ਦੇ ਵਿੱਚ ਭੇਜਣੀ ਹੁੰਦੀ ਹੈ। ਕਈ ਵਾਰੀ ਲੇਟ ਹੋ ਜਾਂਦੀ, ਨਹੀਂ ਜਾਂਦੀ ਤੇ ਰਿਟਰਨ ਇਨਵੈਲਿਡ ਹੋ ਜਾਂਦੀ ਹੈ। ਜਿਹੜੇ ਵੀਰ ਉੱਥੇ ਆਪ ਭਰ ਸਕਦੇ ਨੇ ਉਹ ਆਪ ਵੀ ਭਰ ਸਕਦੇ ਨੇ, ਨਹੀਂ ਤੇ ਜਿਹੜੇ ਹੈਗੇ ਨੇ ਕੌਂਸਲ ਵੀ ਜਦੋਂ ਭਰਨਗੇ, ਉਹਨਾਂ ਦੀ ਰਿਟਰਨ ਇਹਨਾਂ ਦੀ ਆਨਲਾਈਨ ਹੀ ਜਾਣੀ ਹੈ। ਉਹਨਾਂ ਦੇ ਪੈਨ ਨੂੰ ਰਜਿਸਟਰਡ ਕਰਕੇ ਇਨਕਮ ਟੈਕਸ ਪੋਰਟਲ ਦੇ ਨਾਲ ਉਹਦੇ ਥਰੂ ਰਿਟਰਨ ਜਾਣੀ ਉਹਨਾਂ ਦੀ। ਓਕੇ। ਮੈਨੂਅਲ ਰਿਟਰਨ ਕੋਈ ਨਹੀਂ ਜਾਣੀ। ਕੋਈ ਅੱਜ ਕੱਲ੍ਹ ਇਹ ਨਹੀਂ ਵੀ ਫਾਰਮ ਭਰਿਆ ਤੇ ਡਿਪਾਰਟਮੈਂਟ ਜਾ ਕੇ ਮੋਹਰ ਲਵਾ ਕੇ ਲਾਏ, ਉਹ ਕੰਮ ਖਤਮ ਹੈ। ਰਿਟਰਨ ਤੁਹਾਡੀ ਆਨਲਾਈਨ ਜਾਣੀ ਹੈ। ਵੈਰੀਫਿਕੇਸ਼ਨ ਦੋ ਢੰਗ ਨਾਲ ਹੋਣੀ, ਇੱਕ ਮੈਨੂਅਲ ਵੈਰੀਫਿਕੇਸ਼ਨ ਹੈ, ਇੱਕ ਡਿਜੀਟਲੀ। ਮੈਨੂਅਲ ਜਿੱਦਾਂ ਦੱਸਿਆ ਵੀ ਉਹ 30 ਦਿਨ ਦੇ ਵਿੱਚ ਭੇਜਣੀ ਹੈ। NRI ਕੇਸਿਸ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਵੀ 30 ਦਿਨ 'ਚ ਨਹੀਂ ਪਹੁੰਚਦੀ ਉੱਥੇ, ਤੇ ਰਿਟਰਨ ਫਾਈਲ ਕੀਤੀ ਇਨਵੈਲਿਡ ਹੋ ਜਾਂਦੀ ਹੈ। ਰਾਈਟ। ਪਰ ਜਿਹੜਾ ਪੈਸਾ ਤੁਹਾਡੇ ਕੋਲ ਆਇਆ ਆਫਟਰ ਸੇਲ, ਜਿਹੜਾ ਤੁਸੀਂ ਪ੍ਰੋਫਿਟ ਦਿੱਤਾ, ਕੈਪੀਟਲ ਗੇਨ ਵੀ ਹੋ ਗਿਆ, ਤੁਸੀਂ ਟੈਕਸਿਸ ਵੀ ਦੇ ਦਿੱਤੇ, ਉਸ ਤੋਂ ਬਾਅਦ ਰਿਫੰਡ ਵੀ ਹੋ ਗਿਆ, ਜਾਂ ਇਨਕਮ ਟੈਕਸ ਰਿਟਰਨ ਭਰ ਕੇ ਰਿਫੰਡ ਲੈਣ ਦਾ ਪ੍ਰੋਸੈਸ ਵੀ ਕੰਪਲੀਟ ਹੋ ਗਿਆ, ਐਵਰੀਥਿੰਗ ਇਜ਼ ਕੰਪਲੀਟ। ਸੋ ਹੁਣ ਤੁਹਾਡਾ ਪੈਸਾ ਜਿਹੜਾ ਹੈ ਉਹ ਤੁਹਾਡੇ ਕੋਲ ਪਿਆ ਹੋਇਆ ਬੈਂਕ ਦੇ ਵਿੱਚ, NRO ਅਕਾਊਂਟ 'ਚ ਪਿਆ, NRO ਅਕਾਊਂਟ 'ਚ ਪਿਆ ਹੈ, ਔਰ ਉਸ ਅਕਾਊਂਟ ਤੋਂ ਤੁਸੀਂ ਆਪਣੀ ਕੰਟਰੀ ਲੈ ਕੇ ਜਾਣਾ ਜਿੱਥੇ ਤੁਸੀਂ ਰਹਿੰਦੇ ਹੋ, ਉਹ ਫੇਮਾ ਦੇ ਜਿਹੜੇ ਰੂਲਸ ਨੇ। ਬਿਲਕੁਲ ਉਹਦੇ ਅਕੋਰਡਿੰਗਲੀ, ਜਿੱਦਾਂ ਅਸੀਂ ਆਲਰੇਡੀ ਬਾਰ-ਬਾਰ ਡਿਸਕਸ ਕੀਤਾ ਵੀ NRO ਅਕਾਊਂਟ ਦੇ ਵਿੱਚੋਂ ਆਪਣਾ ਪੈਸਾ ਆਪਣੇ ਅਕਾਊਂਟ 'ਚ ਲਿਜਾਣਾ, ਉਹਦੇ ਵਾਸਤੇ 15 CACB ਫਾਰਮ ਬੈਂਕ ਨੂੰ ਦੇਣਾ ਪਏਗਾ। ਉਹ 'ਚ ਸਰਟੀਫਾਈ ਹੁੰਦਾ ਵੀ ਇਹ ਜਿਹੜੇ ਪੈਸੇ ਹੈਗੇ ਨੇ, ਅਗਰ ਇਹਨਾਂ ਦੀ ਟੈਕਸੇਬਲ ਨੇਚਰ ਸੀ ਤੇ ਟੈਕਸ ਪੇ ਹੋ ਚੁੱਕਾ, ਕਿਹੜੇ ਮੋਡ 'ਚ ਹੋਇਆ ਉਹ ਵੀ CA ਸਰਟੀਫਾਈ ਕਰਦਾ। ਜੇ ਨਹੀਂ ਹੈਗਾ ਤੇ ਟੈਕਸ ਲਾਇਬਿਲਿਟੀ ਕਿਉਂ ਨਹੀਂ ਹੈ, ਰੀਜ਼ਨ ਕੀ ਹੈ, ਉਹ ਲਿਖ ਕੇ ਸਾਰਾ ਫਾਰਮ ਜਿਹੜਾ 15 CACB 15 CA ਫਾਰਮ ਤੇ ਪਾਰਟੀ ਵੱਲੋਂ ਖੁਦ ਜਾਂਦਾ, SSC ਵੱਲੋਂ, ਮਤਲਬ ਉਹਦੇ ਸਿਗਨੇਚਰ 'ਚ ਦੋਨੋਂ ਫਾਰਮ ਡਿਜੀਟਲੀ ਸਾਈਨਡ ਹੁੰਦੇ ਨੇ, ਡਿਜੀਟਲੀ ਅਪਲੋਡ ਹੁੰਦੇ ਨੇ, ਉਹ ਵੀ ਮੈਨੂਅਲ ਨਹੀਂ ਜਾਣੇ। ਡਿਜੀਟਲ ਸਿਗਨੇਚਰ ਦੇ ਨਾਲ ਹੀ ਅਪਲੋਡ SSC ਦਾ ਵੀ ਹੋਣਾ 15 CA 15 CB। ਫਿਰ CA ਦੀ ਵਾਰੀ ਆ ਜਾਂਦੀ, ਉਹ ਦੇਖਦਾ ਵੀ ਜਿਹੜੀ ਡੈਕਲੇਰੇਸ਼ਨ ਇਹਨਾਂ CA ਤੇ ਫਾਈਲ ਕੀਤੀ ਹੈ SSC ਨੇ ਵੀ ਇੰਨੇ ਪੈਸੇ ਮੈਂ ਬਾਹਰ ਲਿਜਾਣਾ ਚਾਹੁੰਦਾ, ਇੰਨੇ ਡਾਲਰ ਜਾਣੇ ਚਾਹੀਦੇ ਨੇ ਮੇਰੇ, ਕੀ ਉਹ ਅਮਾਊਂਟ ਟੈਕਸੇਬਲ ਆ, ਟੈਕਸ ਪੇ ਹੋ ਚੁੱਕਾ ਹੈ ਇੰਡੀਆ 'ਚ, ਇਹਦੀ ਟੈਕਸ ਲਾਇਬਿਲਿਟੀ ਡਿਸਚਾਰਜ ਹੋ ਚੁੱਕੀ ਹੈ, ਉਹ ਸਰਟੀਫਾਈ ਕਰਕੇ 15 CB ਡਿਪਾਰਟਮੈਂਟ ਨੂੰ ਅਪਲੋਡ ਕਰਦੇ ਨੇ। ਡਿਪਾਰਟਮੈਂਟ ਉਹਨੂੰ ਪ੍ਰੋਸੈਸ ਕਰਕੇ ਤੇ ਤੁਹਾਡੇ ਪੋਰਟਲ 'ਚ ਦੇ ਦਿੰਦਾ, ਲਓ ਜੀ ਹੁਣ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਕੱਢੋ ਤੇ ਬੈਂਕ ਨੂੰ ਦੇ ਦਿਓ, ਤੇ ਬੈਂਕ ਤੁਹਾਡੇ ਪੈਸੇ ਤੁਹਾਡੇ ਕੰਟਰੀ 'ਚ ਲੈ ਕੇ ਭੇਜ ਦੇਗਾ। ਓਕੇ, ਇਹ ਸਾਰਾ ਕੁਝ ਹੋ ਗਿਆ। ਹੁਣ ਇੱਕ ਚੀਜ਼ ਮੈਂ ਇਹਦੇ 'ਚ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਾਪਰਟੀ ਕਿਹਦੇ ਨਾਂ ਦੇ ਉੱਤੇ ਹੈ? ਕਈ ਵਾਰ ਹੁੰਦਾ ਕਿ ਕੋਈ ਸੀਨੀਅਰ ਸਿਟੀਜ਼ਨਸ ਨੇ, ਹੈ ਨਾ,
ਕਈ ਵਾਰ ਹੁੰਦਾ ਕਿ ਬੱਚੇ ਨੇ ਜਾਂ ਯੰਗ ਨੇ, ਸੀਨੀਅਰ ਸਿਟੀਜ਼ਨਸ ਦਾ ਜੇ ਆਪਾਂ ਦੇਖੀਏ ਉਹਨਾਂ ਨੂੰ ਕੋਈ ਖਾਸ ਰਿਲੈਕਸੇਸ਼ਨ ਮਿਲਦੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ? ਸੰਜੀਵ ਜੀ, ਹੁਣ ਜਿਹੜੀ ਤਾਂ ਹੈ ਕੈਪੀਟਲ ਗੇਨ, ਉਹਦੇ 'ਚ ਤੇ ਕੋਈ ਰਿਲੈਕਸੇਸ਼ਨ ਨਹੀਂ ਹੈ। ਉਹ ਤੇ ਭਾਵੇਂ ਮੇਜਰ ਦੇ ਪ੍ਰਾਪਰਟੀ ਵੇਚ ਰਿਹਾ ਬਾਲਕ ਜਿਹੜਾ ਹੈਗਾ, ਭਾਵੇਂ ਉਹ ਸੀਨੀਅਰ ਹੈ ਭਾਵੇਂ ਨਾਨ ਸੀਨੀਅਰ ਸਿਟੀਜ਼ਨ ਹੈ, ਉਹਨੂੰ ਜੋ ਰੇਟ ਟੈਕਸ ਹੈਗਾ 20% ਪਲੱਸ ਸਰਚਾਰਜ ਉਹੀ ਪੈਣੇ ਨੇ। ਇੱਕ ਜਿਹੜਾ ਸੀਨੀਅਰ ਸਿਟੀਜ਼ਨ ਦੀ ਜਿਹੜੀ ਸਲੈਬ ਰੇਟ ਫਰਕ ਨੇ ਨਾ, ਉਹ ਰੈਗੂਲਰ ਇਨਕਮ ਤੇ ਨੇ, ਉਹ ਹੈਗੇ ਨੇ ਵੀ ਜਿਹੜਾ ਜਨਰਲ ਸਿਟੀਜ਼ਨ ਹੈਗਾ ਸਾਡਾ ਅਸੈਸੀ ਹੈਗਾ, ਉਹਨੂੰ 2.5 ਲੱਖ ਤੱਕ ਮਾਫ ਹੈ। ਉਸ ਤੋਂ ਉੱਪਰ ਜਿਹੜਾ ਸੀਨੀਅਰ ਹੈ ਅਬਾਊਟ 60 ਈਅਰਸ, ਉਹਨੂੰ 3 ਲੱਖ ਮਾਫ ਹੈ। ਫਿਰ ਇੱਕ ਸੁਪਰ ਸੀਨੀਅਰ ਸਿਟੀਜ਼ਨ ਦੀ ਕੈਟਾਗਰੀ ਬਣਾਈ ਹੈ ਡਿਪਾਰਟਮੈਂਟ ਨੇ, ਗਵਰਨਮੈਂਟ ਨੇ, ਉਹ ਹੈਗਾ 5 ਲੱਖ ਤੋਂ ਉੱਤੇ। ਜਿਹਦੀ 80 ਸਾਲ ਤੋਂ ਜ਼ਿਆਦਾ ਉਮਰ ਹੈ ਉਹ ਸੁਪਰ ਸੀਨੀਅਰ ਸਿਟੀਜ਼ਨ ਹੈ, ਔਰ ਉਹਦਾ ਜਿਹੜਾ ਟੈਕਸ ਹੈਗਾ ਉਹ 5 ਲੱਖ ਤੱਕ ਮਾਫ ਹੋਏਗਾ, 5 ਤੋਂ ਉੱਪਰ ਨਹੀਂ। ਪਰ ਜਿਹੜਾ NRI ਹੈ ਉਹਨਾਂ ਨੂੰ ਇਹ ਸਲੈਬ ਰੇਟ ਕੋਈ ਐਗਜ਼ੈਂਪਸ਼ਨ ਨਹੀਂ ਹੈ। ਉਹ ਭਾਵੇਂ ਸੀਨੀਅਰ ਹੈ ਭਾਵੇਂ ਨਾਨ ਸੀਨੀਅਰ ਹੈ, ਉਹਨਾਂ ਨੂੰ ਟੈਕਸ 2.5 ਲੱਖ ਤੋਂ ਉੱਪਰ ਪੈਣਾ। ਤੇ ਜਦੋਂ ਇਨਕਮ ਟੈਕਸ ਦੀ ਵਾਰੀ ਆਏਗੀ ਉਹਦੇ 'ਚ ਜ਼ਰੂਰ ਸਲੈਬਸ ਬਣੀਆਂ ਨੇ ਜਿਹੜੀਆਂ ਉਹ ਇੰਡੀਅਨ ਰੈਜ਼ੀਡੈਂਟਸ ਵਾਸਤੇ, ਇੰਡੀਅਨ ਸਿਟੀਜ਼ਨਸ ਵਾਸਤੇ, ਇੰਡੀਅਨ ਰੈਜ਼ੀਡੈਂਟਸ ਵਾਸਤੇ। NRI ਵਾਸਤੇ ਜਿਹੜੇ ਸਲੈਬ ਹੈਗੇ ਨੇ ਨਾ, ਉਹ ਸਲੈਬ ਸੇਮ ਚੱਲਦੇ ਨੇ। ਪਰ ਜਿਹੜਾ ਤੁਹਾਨੂੰ ਦੱਸਿਆ ਵੀ ਸੀਨੀਅਰ ਸਿਟੀਜ਼ਨ ਨੂੰ ਜਿਹੜਾ ਉਹ ਰਿਬੇਟ ਮਿਲਦਾ ਸਾਡੇ ਇੰਡੀਆ ਦੇ ਵਿੱਚ 3 ਲੱਖ ਜਾਂ 5 ਲੱਖ ਤੱਕ ਦਾ, ਉਹ NRIs ਨੂੰ ਨਹੀਂ ਹੈ, ਇੰਡੀਅਨਸ ਨੂੰ ਹੈ। ਔਰ NRI ਭਾਵੇਂ ਸੀਨੀਅਰ ਸਿਟੀਜ਼ਨ ਵੀ ਹੋਵੇ ਤਾਂ ਵੀ ਨਹੀਂ ਹੈ। ਬਾਕੀ ਜਿਹੜੇ ਸਲੈਬ ਰੇਟ ਜਿੱਦਾਂ ਗਵਰਨਮੈਂਟ ਨੇ ਰੱਖੇ ਨੇ ਵੀ ਪਹਿਲਾਂ 5% ਆ, ਫਿਰ 10% ਆ, ਨਵੇਂ ਰੀਜਨ ਦੇ ਵਿੱਚ 15 ਆਇਆ, 20, 25 ਹੈ ਨਾ, ਉਹ ਸਲੈਬ ਰੇਟ ਸੇਮ ਹੀ ਪੈਣਗੇ NRI ਨੂੰ ਵੀ ਤੇ ਇੰਡੀਅਨ ਨੂੰ। ਓਕੇ, ਹੁਣ ਜਦੋਂ ਆਪਣਾ ਇੱਥੇ ਅਸੀਂ ਟੈਕਸ ਦੇ ਦਿੱਤਾ, ਉਹ ਰਿਫੰਡ ਹੋ ਗਿਆ, ਸਾਰਾ ਕੁਝ ਇੱਥੇ ਹੋ ਗਿਆ, ਸੇਮ ਮਨੀ ਜਦੋਂ ਅਸੀਂ ਆਪਣੇ ਕੰਟਰੀ 'ਚ ਲੈ ਕੇ ਜਾਂਦੇ ਹਾਂ, ਸੈਕਿੰਡ ਟਾਈਮ ਫਿਰ ਟੈਕਸ ਦੇਣਾ ਪਏਗਾ ਕਿਉਂਕਿ ਸਾਡੀ ਇਨਕਮ ਹੈ ਉਹ? ਨਹੀਂ ਸੰਜੀਵ ਜੀ, ਅਸੀਂ ਅੱਗੇ ਵੀ ਇੱਕ ਵਾਰੀ ਡਿਸਕਸ ਕੀਤਾ ਸੀ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਹੈ DTAA, ਉਹ ਕੰਟਰੀ ਦੇ ਇਨ ਬਿਟਵੀਨ ਹੋਇਆ। ਸ਼ੋਰ। ਮੇਰੇ ਖਿਆਲ ਨਾਲ ਜਿਹੜਾ ਇੰਡੀਆ ਦੇ ਜੇ ਐਗਰੀਮੈਂਟ, ਮੰਨ ਲਓ ਕੈਨੇਡਾ ਦੀ ਲੈ ਲਈ ਹੈ ਜਾਂ ਅਮਰੀਕਾ ਦੀ ਲੈ ਲਈ ਹੈ ਐਗਜ਼ਾਮਪਲ, ਆਪਾਂ ਦੋਨਾਂ ਕੰਟਰੀਆਂ ਦੇ ਨਾਲ ਵੀ ਹੈਗਾ, ਆਸਟ੍ਰੇਲੀਆ ਨਾਲ, ਕਾਫੀ ਕੰਟਰੀਜ਼ ਦੇ ਨਾਲ DTAA ਹੈਗਾ, ਐਗਰੀਮੈਂਟ ਬਣਿਆ ਹੋਇਆ, ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਉਹਨੂੰ ਕਹਿੰਦੇ ਆ, ਤਾਂ ਕਿ ਇੱਕ ਬੰਦੇ ਨੂੰ 2 ਵਾਰੀ ਟੈਕਸ ਨਾ ਪਵੇ। ਹੁਣ ਇੱਥੇ ਦੇਤਾ, ਇੱਥੇ ਮੰਨ ਲਓ 30% ਹੈ ਜਾਂ 20% ਕੈਪੀਟਲ ਗੇਨ, ਅੱਗੇ ਜਾ ਕੇ ਫਿਰ ਕਹੇਗਾ ਜਿਵੇਂ 30% ਹੈ, ਉਹਦੇ ਪੱਲੇ ਕੀ ਬਚੇਗਾ? ਸ਼ੋਰ। ਉਹਨਾਂ ਕੇਸਾਂ ਦੇ ਵਿੱਚ ਸਿਰਫ ਇੰਨਾ ਹੁੰਦਾ ਵੀ ਜੇ ਕਦੀ ਡਿਫਰੈਂਸ ਆਫ ਟੈਕਸ ਰੇਟ ਆਉਂਦਾ, ਪੈਸੇ ਉੱਥੇ ਯੂਜ਼ ਹੋਣੇ ਨੇ, ਤੇ ਤੁਹਾਨੂੰ ਜਿਹੜਾ ਇੱਥੇ ਪੇ ਕੀਤਾ ਇੰਡੀਆ ਦੇ ਵਿੱਚ ਉਹਦਾ ਤੁਹਾਨੂੰ ਰਿਬੇਟ ਮਿਲ ਜਾਂਦਾ, ਰੀਕੈਲਕੂਲੇਟ ਉਹ ਕਰਦੇ ਨੇ। ਪਰ ਜਿੰਨੀ ਲਾਇਬਿਲਿਟੀ ਇੱਥੇ ਲਾਈ ਹੁੰਦੀ ਉਹ ਤੁਹਾਨੂੰ ਉੱਥੇ ਰਿਡਕਸ਼ਨ ਮਿਲਦੀਆਂ ਨੇ। ਕਈ ਹੈਗਾ ਵੀ ਜਿਹੜੀਆਂ ਹੁਣ ਕੈਪੀਟਲ ਗੇਨ ਅਸੀਂ ਭੇਜਦੇ ਹਾਂ ਜੀ, ਮੇਰੀ ਤਾਂ ਐਂਸੈਸਟਰਲ ਪ੍ਰਾਪਰਟੀ ਹੈ, ਪ੍ਰੂਵ ਕਰ ਦਿਓ, ਤਾਂ ਐਂਸੈਸਟਰਲ ਪ੍ਰਾਪਰਟੀ ਤੇ ਕੈਨੇਡਾ 'ਚ ਵੀ ਅਮਰੀਕਾ 'ਚ ਟੈਕਸ ਨਹੀਂ ਪੈਂਦਾ, ਉਹ ਤੁਹਾਡੀ ਆਪਣੀ ਇਨਕਮ ਹੈਗੀ ਹੈ। ਓਕੇ, ਇਸ ਕਰਕੇ ਉਹ ਜਿਹੜੀ ਕ੍ਰਾਸ ਬਾਰਡਰ ਅਮਾਊਂਟ ਜਾਂਦੀ ਹੈ, ਉਹਦਾ ਟੈਕਸੇਬਿਲਿਟੀ ਜਿਹੜੀ ਹੈਗੀ ਉਹ ਵਾਚੀ ਜਾਂਦੀ ਹੈ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਦੇ ਬੇਸ ਦੇ ਉੱਤੇ, ਜੋ ਉੱਚ ਕਾਲਮ ਆਉਣਗੇ। ਸੋ ਛਾਬੜਾ ਸਾਹਿਬ, ਇਹ ਤੇ ਬਿਲਕੁਲ ਤੁਸੀਂ ਡਿਟੇਲ 'ਚ ਸਮਝਾ ਦਿੱਤਾ ਪ੍ਰਾਪਰਟੀ ਦੇ ਰਿਲੇਟਡ ਜਿੰਨੇ ਵੀ ਮੈਟਰਸ ਨੇ, NRIs ਨੂੰ ਕਿੱਦਾਂ ਡੀਲ ਕਰਨਾ ਚਾਹੀਦਾ। ਕੋਈ ਖਾਸ ਟਿਪਸ ਸਾਡੇ NRIs ਵਾਸਤੇ ਜਿਹੜੇ ਇੱਥੇ ਪ੍ਰਾਪਰਟੀ ਸੇਲ ਕਰਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ, ਔਰ ਕਿਸ ਸਟੈਪ ਤੇ ਕੌਣ ਉਹਦੇ ਵਾਸਤੇ ਰਿਸਪੌਂਸਿਬਲ ਹੈ? ਸੰਜੀਵ ਜੀ, ਜਿਹੜਾ ਆਪਾਂ ਮੇਨ ਗੱਲਾਂ ਕਹਿਣਾ ਚਾਹਾਂਗਾ ਵੀ ਜਿਸ NRI ਭਰਾ ਨੇ ਇੰਡੀਆ ਵਿੱਚ ਵਾਪਸ ਆ ਕੇ ਆਪਣੀ ਪ੍ਰਾਪਰਟੀ ਕੋਈ ਡਿਸਪੋਜ਼ ਕਰਨੀ, ਕਿਉਂਕਿ ਅੱਜ ਕੱਲ੍ਹ ਮੈਕਸਿਮਮ ਪ੍ਰਾਪਰਟੀ ਕੁਝ ਡਿਸਪੋਜ਼ ਹੁੰਦੀਆਂ ਪਈਆਂ ਨੇ ਵਲੰਟਰਲੀ ਬੇਸ 'ਤੇ, ਕਈਆਂ ਦੀ ਆ ਜਿਹੜੇ ਰੋਡਸ ਪ੍ਰੋਜੈਕਟ ਚੱਲਦੇ ਨੇ ਉਹਨਾਂ 'ਚ ਅਕਵਾਇਰ ਹੁੰਦੀਆਂ ਨੇ। ਓਕੇ, ਉਹਦੇ ਵਾਸਤੇ ਇੱਕ ਨੰਬਰ 1 ਹੈ ਆਪਣਾ ਪੈਨ ਕਾਰਡ ਜ਼ਰੂਰ ਲੈ ਲੈਣ, ਜੇ ਕਿਸੇ ਦਾ ਨਹੀਂ ਆਇਆ ਤੇ ਪੈਨ ਇਸ਼ੂ ਕਰਵਾ ਲੈਣ। ਜਿਹੜਾ ਵਿਅਕਤੀ ਉਹਨਾਂ ਕੋਲੋਂ ਪ੍ਰਾਪਰਟੀ ਪਰਚੇਜ਼ ਕਰਦਾ ਪਿਆ, ਉਹਨੂੰ ਆਪਣੀ ਓਰੀਜਨਲ ਆਈਡੈਂਟੀਟੀ ਉੱਧਰਲੀ ਦੱਸਣ, ਜੀ ਮੈਂ ਨੌਨ ਰੈਜ਼ੀਡੈਂਟ ਹਾਂ, ਇਹ ਮੇਰਾ ਪਾਸਪੋਰਟ ਨੰਬਰ ਹੈ, ਇੱਥੇ ਮੈਂ ਰਹਿਣਾ ਵਾਂ। ਇੱਥੇ ਨਾ ਕਹਿਣ ਜਿੱਦਾਂ ਇੱਥੇ ਆ ਕੇ ਸ਼ਾਰਟਕਟ ਵਰਤਦੇ ਨੇ, ਕਿਸੇ ਦੇ ਮਗਰ ਲੱਗ ਕੇ ਰੋਂਗ ਡੈਕਲੇਰੇਸ਼ਨ ਦੇ ਕੇ ਆਧਾਰ ਕਾਰਡ ਬਣਾ ਲਿਆ, ਰਜਿਸਟਰੀ 'ਚ ਆਧਾਰ ਕਾਰਡ ਲਿਖਿਆ, ਟੈਕਸ ਨਹੀਂ ਕੱਟਿਆ ਜਾਣਾ, ਉਹ ਉਹਨਾਂ ਨੂੰ ਪੈਸੇ ਉੱਥੇ ਲਿਜਾਣ ਲੱਗਿਆਂ ਦਿੱਕਤ ਹੈ, ਕਿਉਂਕਿ ਉਹਨੇ ਤਾਂ ਕਿਹਾ ਹੀ ਨਹੀਂ ਮੈਂ NRI ਹਾਂ। ਯੈਸ। ਫਿਰ ਉਹ 5% ਵਾਲਾ ਚੱਕਰ ਆ ਜਾਏਗਾ ਜੀ, ਕਿਹਨੂੰ ਜਾ ਰਹੇ ਪੈਸੇ, ਬੈਂਕ 5% ਮੰਗੇਗਾ। ਦੋ ਹੀ ਗੱਲਾਂ ਨੇ, ਇੱਕ ਪੈਨ ਲੈ ਲੈਣ, ਪੈਨ ਲੈ ਕੇ ਜਿਹੜਾ ਬੰਦਾ ਕੱਟਦਾ ਉਹਨੂੰ ਪੈਨ ਦੇਣ, ਆਪਣਾ ਪਾਸਪੋਰਟ ਤੇ ਓਰੀਜਨਲ ਆਈਡੈਂਟੀਟੀ ਦੇਣ। ਉਸ ਤੋਂ ਬਾਅਦ ਉਹ ਆਪਣੀ ਰਿਟਰਨ ਜ਼ਰੂਰ ਫਾਈਲ ਕਰਨ, ਜਿਨ੍ਹਾਂ ਨੂੰ ਉਹਨਾਂ ਦਾ ਟੈਕਸ ਕੱਟਿਆ ਹੈਗਾ। ਜਿਹੜੀਆਂ ਹੁਣ ਕੰਪਲਸਰੀ ਐਕੁਇਜ਼ੀਸ਼ਨ ਹੈ ਉਹਦੇ 'ਚ ਵੀ ਟੈਕਸ ਕੱਟਦੇ ਨੇ। ਸ਼ੋਰ।
ਉਹ ਤਾਂ ਹੀ ਰਿਫੰਡ ਮਿਲਣਾ ਜੇ ਉਹ ਆਪਣੀ ਰਿਟਰਨ ਟਾਈਮ ਸਿਰ ਭਰਨਗੇ। ਜਾਂ ਤੇ ਵਿਦਆਊਟ ਪੈਨਲਟੀ ਭਰਨੀ ਹੈ ਤੇ 31 ਜੁਲਾਈ ਤੱਕ, ਤੇ ਜੇ ਬਿਨਾ ਵਿਦ ਪੈਨਲਟੀ ਵੀ ਕਈ ਵਾਰੀ ਕਿਸੇ ਵਜ੍ਹਾ ਕਰਕੇ ਕੋਈ ਲੇਟ ਹੋ ਜਾਂਦਾ 31 ਦਸੰਬਰ ਤੱਕ ਤੇ ਹਰ ਹਾਲਤ ਦੇ ਵਿੱਚ ਰਿਟਰਨ ਜਾਣੀ ਚਾਹੀਦੀ ਹੈ। ਉਸ ਤੋਂ ਬਿਨਾ ਉਹਨੂੰ ਰਿਫੰਡ ਨਹੀਂ ਮਿਲੇਗਾ। ਹੁਣ ਸਰਕਾਰ ਨੇ ਇੱਕ ਅਪਡੇਟਡ ਰਿਟਰਨ ਸ਼ੁਰੂ ਕੀਤੀ ਹੈ ਵੀ ਅਗਰ ਤੁਸੀਂ 31 ਦਸੰਬਰ ਵੀ ਭੁੱਲ ਗਏ ਹੋ, ਨਹੀਂ ਭਰ ਪਏ, ਤੇ ਰਿਟਰਨ ਅਪਡੇਟ ਕਰ ਲਓ, ਨਵੀਂ ਵੀ ਭਰ ਲਓ। ਜੇ ਤੁਹਾਡੀ ਕੋਈ ਇਨਕਮ ਉੱਥੇ ਦੱਸਣੀ ਭੁੱਲ ਗਏ ਹੋ ਉਹ ਵੀ ਭਰ ਦਿਓ। ਪਰ ਜੇ ਉਹ 1 ਸਾਲ ਦੀ ਲੇਟ ਆ, ਜਿੰਨਾ ਟੈਕਸ ਬਣੇਗਾ 25% ਤੁਹਾਨੂੰ ਉਹਦਾ ਐਡੀਸ਼ਨਲ ਦੇਣਾ ਪਏਗਾ। ਜੇ 2 ਸਾਲ ਲੇਟ ਹੈ ਤੇ ਉਹਦਾ 50% ਐਕਸਟਰਾ ਦੇਣਾ ਪਏਗਾ। ਪਰ ਉਹਨਾਂ ਕੇਸਿਸ ਦੇ ਵਿੱਚ ਤੁਹਾਨੂੰ ਰਿਫੰਡ ਨਹੀਂ ਮਿਲੇਗਾ। ਓਕੇ, ਕਿਉਂਕਿ ਤੁਸੀਂ ਟਾਈਮ ਨਿਕਾਲ ਚੁੱਕੇ ਹੋ। ਤੁਸੀਂ ਨਿਕਾਲ ਤੇ ਰਿਫੰਡ ਤੁਹਾਨੂੰ ਨਹੀਂ ਮਿਲੇਗਾ। ਇਸ ਕਰਕੇ ਰਿਟਰਨ ਜ਼ਰੂਰ ਭਰੋ। ਰਿਟਰਨ ਭਰਨ ਵਾਸਤੇ ਆਪਣੇ ਕਿਸੇ ਜਿਹੜਾ ਤੁਹਾਡਾ ਰਿਪਰੈਜ਼ੈਂਟੇਟਿਵ ਹੈਗਾ, ਕੋਈ ਕੌਂਸਲ ਹੈਗਾ, ਡਿਜੀਟਲ ਸਰਟੀਫਿਕੇਟ ਇਸ਼ੂ ਕਰਵਾ ਕੇ ਜਾਓ, ਤਾਂ ਕਿ ਤੁਹਾਡੀ ਐਬਸੈਂਟ ਦੇ ਵਿੱਚ ਉਹ ਰਿਟਰਨ ਭਰ ਕੇ ਤੁਹਾਡੇ ਅਕਾਊਂਟ ਦੇ ਵਿੱਚ ਬਣਦਾ ਰਿਫੰਡ ਕ੍ਰੈਡਿਟ ਕਰਵਾ ਸਕੇ। ਰਾਈਟ, ਮਤਲਬ ਪਿਛਲੀਆਂ ਰਿਟਰਨਸ ਤੁਸੀਂ ਭਰ ਸਕਦੇ ਹੋ ਪਰ ਉਹਦਾ ਰਿਫੰਡ ਨਹੀਂ ਮਿਲੇਗਾ ਕਿਉਂਕਿ ਤੁਸੀਂ ਟਾਈਮ ਕੱਢ ਦਿੱਤਾ ਹੈ। ਰਿਟਰਨ ਭਰ ਵੀ ਨਹੀਂ ਸਕਦੇ। ਉਹ ਅਪਡੇਟਡ ਰਿਟਰਨ ਤਾਂ ਹੀ ਭਰੀ ਜਾਣੀ ਜੇ ਟੈਕਸ ਐਡੀਸ਼ਨਲ ਹੋਏਗਾ। ਟੈਕਸ ਤਾਂ ਉਹਨਾਂ ਦਾ ਬਣਦਾ ਹੀ ਨਹੀਂ, ਉਹ ਤੇ ਰਿਫੰਡ ਉਲਟਾ ਕਲੇਮ ਕਰਦੇ ਪਏ ਨੇ। ਉਹ ਰਿਟਰਨ ਦਸੰਬਰ ਤੋਂ ਬਾਅਦ ਭਰ ਹੀ ਨਹੀਂ ਪਾਣਗੇ। ਓਕੇ, ਉਹਨਾਂ ਦਾ ਬਣਦਾ ਰਿਫੰਡ ਹੋ ਗਿਆ ਬਿਕੋਜ਼ ਟਾਈਮ ਲਿਮਿਟ ਖਤਮ ਹੈ। ਬਿਲਕੁਲ। ਇਸ ਕਰਕੇ ਵੀ ਹੁਣ ਰਿਟਰਨਾਂ ਦਾ ਸੀਜ਼ਨ ਸ਼ੁਰੂ ਹੋਣਾ, ਟਾਈਮ ਆ ਗਿਆ ਨਾ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਇਨ ਟਾਈਮ ਰਿਟਰਨ ਭਰੋ। ਜਿੰਨੀ ਜਲਦੀ ਭਰਾਂਗੇ ਉਨੀ ਜਲਦੀ ਸਾਨੂੰ ਰਿਫੰਡ ਆਏਗਾ। ਓ ਡਿਜੀਟਲੀ ਭਰੋਗੇ ਸਿਗਨੇਚਰ ਦੇ ਨਾਲ ਤੇ ਕੋਈ ਰੀਜ਼ਨ ਨਹੀਂ ਹੈ ਮਹੀਨੇ ਡੇਢ ਮਹੀਨੇ ਤੁਹਾਡੇ ਕੋਲ ਰਿਫੰਡ ਨਾ ਆਵੇ, ਪ੍ਰੋਵਾਈਡਡ ਤੁਹਾਡਾ ਬੈਂਕ ਜਿਹੜਾ ਅਕਾਊਂਟ ਹੈ ਉਹ ਵੈਲੀਡੇਟ ਹੋਇਆ ਹੋਵੇ। ਬੈਂਕ ਦੇ ਅਕਾਊਂਟ ਦੇ ਪੈਨ ਦੇ ਪਾਰਟੀਕੂਲਰਸ ਟੈਲੀ ਹੋਣ, ਕਿਉਂਕਿ ਫਰਾਡ ਤੋਂ ਬਚਣ ਵਾਸਤੇ ਗਵਰਨਮੈਂਟ ਨੇ ਚੈੱਕ ਲਗਾਏ ਹੋਏ ਨੇ ਵੀ ਅਗਰ ਸਾਰਾ ਕੁਝ ਠੀਕ ਹੈ, ਵੈਲੀਡੇਟਡ ਬੈਂਕ ਅਕਾਊਂਟ ਹੈ, ਤੁਹਾਡੇ ਉੱਤੇ ਰਿਫੰਡ ਪਹੁੰਚ ਜਾਏਗਾ। ਬਹੁਤ ਵਧੀਆ, ਬਹੁਤ ਵਧੀਆ। ਛਾਬੜਾ ਸਾਹਿਬ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕੋਈ ਹੋਰ ਵੀ ਕੁਐਰੀ ਹੋਵੇ ਤੁਹਾਡੀ ਪ੍ਰਾਪਰਟੀ ਦੇ ਰਿਗਾਰਡਿੰਗ ਹੋਰ ਮਨੀ ਮੈਟਰਸ ਦੇ ਵਿੱਚ, ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿੰਟ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ। ਰੱਬ ਰੱਖਾ।